ਉਹ ਕਬੀਰ ਜੀ ਦੀ ਜਿਹੜੀ ਆਪਾਂ 52 ਅੱਖਰੀ ਲੈ ਰਹੇ ਸੀਗੇ ਉਹਦੇ ਆਪਾਂ ਨੇ ਮੇਰੇ ਖਿਆਲ 41ਵਾਂ ਲੈਣਾ ਹੈ ਜੀ ਅੰਕ। ਸੱਸਾ ਸੋ ਸ਼ਹ ਸੇਜ ਸਵਾਰੈ, सोई सही संदेह निवारै। सस्सा सो शह सेज सवारै। कहते मालक परमात्मा ਉਹੀ परमात्मा ਉਹੀ तेरा पति हैगा, ਉਹੀ सच्चा पति हमेशा वास्ते हमेशा रहन वाला हैगा, अविनाशी हैगा और सारिਆਂ ਦਾ पति हैगा। सस्सा सो शह सेज सवारै। कहते अपनी सेजा सवार उस मालक परमात्मा के वास्ते अपने हिरदे नूं निर्मल कर ध्यान सिमरन के द्वारा। सस्ता सो शह सेज सवार है। सेजा के उत्ते मालक ने आना है भाई, गंद मन दे विच थोड़ी ना आऊगा मालक परमात्मा। सस्सा सो शह अवगुण दूर कर अपने। सस्सा सो शह सेज सवार है, सोई सही संदेह निवार है। वही सही हैगा, अपना संदेह दूर कर ला, संसार दूर कर ला, मालिक ते ईमान लिया, मालिक ते भरोसा लिया। यही काम है, इसे वास्ते आया है तू। सस्सा सो शह सेज सवारै, सोई सही संदेह निवारै। अल्प सुख छाड़ परम सुख पावां। अल्प सुख नूं छड्डेगा ते परम सुख आ जाऊगा भाई। जे तू परम सुख के वास्ते जिहड़ा हैगा स्वास जमा करवाने शुरू कर देगा, ध्यान सिमरन शुरू कर देगा, तो वह परम सुख आ जाऊगा, वो अमृत रस आ जाएगा। तवे त्री वो कंत कहावा। तां जिहड़ा हैगा तू जिहड़ा हैगा जीव इस्त्री ते वो तेरा पति परमात्मा इस तरह जिहड़ी सुहागण गिनी जाएगी भाई, तां वो तेरा पति कहलाऊगा। हाँ जी वीर जी। सस्सा सो शह सेज सवार है, सोई सही संदेह निवारे। हाँ जी ठीक है साध संगत जी। देखो अज कबीर जी आपां नूं की समझा रहे ने, सस्ता सो सह सेज सवारे। हुण वो कहंदे ने कि जिन्नी ज्यादा साडी तैयारी है ते उन्ना ही साडे अंदर योग्यता पैदा हुंदी है। ਆਪਾਂ ਜਿੱਦਾਂ ਮਤਲਬ ਆਪਾਂ ਕੋਈ ਬਿਲਡਿੰਗ ਖੜੀ ਕਰਨੀ ਹੈ ਤੇ ਬਿਲਡਿੰਗ ਖੜੀ ਕਰਨ ਤੋਂ ਪਹਿਲਾਂ ਸਾਨੂੰ ਗਰਾਊਂਡ ਵਰਕ ਕਰਨਾ ਪੈਂਦਾ ਹੈ। ਗਰਾਊਂਡ ਵਰਕ ਦਾ ਮਤਲਬ ਕਿ ਜਿਹੜੀ ਜ਼ਮੀਨ ਹੈ ਉਹਦਾ ਲੈਵਲ ਤੇ ਕੀਤਾ ਜਾਵੇ। ਪੱਥਰ ਪੁੱਤਰ ਪਰੇ ਕਰੋਗੇ, ਰੁੱਖ ਰੱਖ ਝਾੜੀਆਂ ਉੱਗੀਆਂ ਨੇ। ਹੁਣ ਪਲਾਟ ਆ, ਤੁਸੀਂ ਕੋਠੀ ਬਣਾਉਣੀ, ਹੁਣ ਉਹ ਪਲਾਟ ਦੇ ਵਿੱਚ ਦੁਨੀਆ ਭਰ ਦਾ ਗੰਦ ਪਿਆ। ਲੋਕਾਂ ਤੁਸੀਂ ਵੇਖਿਆ ਨਹੀਂ ਹੋਣਾ, ਜਿਹੜੇ ਪਲਾਟਾਂ 'ਚ ਮਕਾਨ ਨਹੀਂ ਬਣਦੇ ਲੋਕੀ ਕੂੜਾ ਸੁੱਟੀ ਜਾਂਦੇ ਆਖਰ ਤੇ ਇੰਨਾ ਜ਼ਿਆਦਾ ਗੰਦ ਉੱਥੇ ਇਕੱਠਾ ਹੋ ਜਾਂਦਾ, ਉਲਟਾ ਮਾਲਕ ਦੀ ਭਰਤੀ ਜਿੰਨੀ ਪਾਉਣੀ ਉਹ ਤੋਂ ਵੱਧ ਭਰਤੀ ਪੈ ਜਾਂਦੀ ਹੈ। ਸਹੀ ਹੈ ਨਾ ਜਰ ਸਾਹਿਬ? ਹਾਂਜੀ ਬਿਲਕੁਲ ਸਹੀ ਹੈ। ਹਾਂ ਤੇ ਉਹਦੇ ਲਈ ਫਿਰ ਉਹ ਕੀ ਲਿਆਉਂਦੇ, JCB ਲੈ ਕੇ ਆਉਂਦੇ ਆ, ਕਹਿੰਦੇ ਕਿ ਬਹੁਤ ਗੰਦ ਪਾਤਾ ਲੋਕਾਂ ਨੇ, ਇਹਨੂੰ ਚੁੱਕੋ ਵੀ ਬਾਹਰ ਸੁੱਟੋ। ਹੁਣ ਇੱਥੇ ਵੀ ਆਪਾਂ ਨੂੰ ਬਾਣੀ ਉਹੀ ਸਮਝਾ ਰਹੀ ਆ ਕਿ ਕਹਿੰਦੇ ਕਿ ਆ ਸਟੇਜ ਸਵਾਰਨ ਦੀ ਗੱਲ ਕਰਦੇ ਆ। ਸਟੇਜ ਕੋਈ ਪ੍ਰਮਾਤਮਾ ਸਾਡੇ ਗੱਦੇ ਤੇ ਥੋੜੀ ਜਾ ਕੇ ਬਹਿਣਾ। ਸਟੇਜ ਦਾ ਮਤਲਬ ਸਾਡਾ ਅੰਤਰਾਕਰਨ, ਬਿਲਕੁਲ ਸਾਡੀਆਂ ਹਰਕਤਾਂ। ਆਪ ਜਸਟ ਦੇਖੋ, ਹੁਣ ਇੱਕ ਔਰਤ ਆ, ਜੇ ਉਹ ਮੂੰਹ ਦਾ ਵਰਤੋਂ ਜ਼ਿਆਦਾ ਕਰਦੀ ਹੈ, ਆਪਣੀ ਡਿਊਟੀ ਨਹੀਂ ਕਰ ਰਹੀ, ਉਹ ਉੱਠਦੀ 12 ਵਜੇ ਆ, ਘਰ ਦਾ ਆਪੇ ਚਾਹ ਚੂ ਬਣਾ ਕੇ ਤੁਰਿਆ ਜਾਂਦੇ ਆ ਵਾ, ਠੰਡੀ ਰੋਟੀ ਉਹਦੇ ਮੱਥੇ ਮਾਰਨ ਦੀ ਆ, ਕੱਪੜੇ ਕਹਿੰਦੀ ਤੂੰ ਧੋ, ਤੇ ਆਪ ਸਾਰਾ ਦਿਨ TV ਵੇਂਦੀ ਰਹਿੰਦੀ ਆ, ਹੋਰ ਇੱਥੇ ਗੱਪਾਂ ਮਾਰਦੀ ਰਹਿੰਦੀ ਆ। ਤੇ ਕੀ ਉਹ ਪਤੀ ਲਾਈਕ ਕਰੂਗਾ ਐਸੀ ਔਰਤ ਨੂੰ ਜਿਹੜੀ ਆਪਣੇ ਬੱਚਿਆਂ ਦੀ ਕੇਅਰ ਨਹੀਂ ਕਰਦੀ, ਨਾ ਬੱਚਿਆਂ ਨੂੰ ਪੜ੍ਹਾਉਂਦੀ ਆ, ਆਪ TV ਵੇਂਦੀ ਰਹਿੰਦੀ ਆ, ਕੋਈ ਜ਼ਿੰਮੇਵਾਰੀ ਨਹੀਂ, ਬੱਚਿਆਂ ਦੇ ਕੱਪੜੇ ਉਧੜੇ ਪਏ ਨੇ, ਕੋਈ ਬਟਨ ਨਹੀਂ ਲਾਉਂਦੀ, ਕੋਈ ਡਰੈਸ ਨਹੀਂ ਉਹਨਾਂ ਦੀ ਪ੍ਰੋਪਰਲੀ ਉਹਨਾਂ ਨੂੰ ਪਾਉਂਦੀ, ਕੋਈ ਚੰਗੇ ਸੰਸਕਾਰ ਨਹੀਂ ਦੇ ਰਹੀ। ਕੀ ਇਹ ਇੱਕ ਚੰਗੀ ਔਰਤ ਦੀ ਨਿਸ਼ਾਨੀ ਹੈ ਨਜਰ ਸਾਹਿਬ? ਬਿਲਕੁਲ ਨਹੀਂ। ਆਪਾਂ ਤੇ ਜਸਟ ਸਮਝਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਨਾ ਸੇਜ ਦੀ ਗੱਲ ਕੀਤੀ। ਹੁਣ ਇਸੇ ਹੀ ਤਰ੍ਹਾਂ ਜੀਵ ਆਪਾਂ ਵਾ,
ਗੱਲੀਆਂ ਸੀ ਚੰਗੀਆਂ ਤੇ ਆਚਾਰੀ ਬੁਰੀਆਂ। ਹੁਣ ਸਟੇਜ ਦਾ ਮਤਲਬ ਕਿ ਕਬੀਰ ਸਾਹਿਬ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਸਟੇਜ ਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਕੋਈ ਬੈੱਡ ਪਲੰਗ ਲਾ ਕੇ ਰੱਖਣਾ ਪ੍ਰਮਾਤਮਾ ਦੇ ਲਈ ਕਿ ਅੰਦਰ ਹਿਰਦੇ 'ਚ ਸਫਾਈ ਕਰਨੀ ਆ। ਆਪਾਂ ਕੇਵਲ ਆਪਣੀਆਂ ਹਰਕਤਾਂ ਨੂੰ ਸੁਧਾਰਨਾ ਵਾ। ਬਿਲਕੁਲ, ਬਹੁਤ ਵਧੀਆ। ਆਪਾਂ ਨੂੰ ਖਸਮ ਨੂੰ ਵੇਖਣਾ ਹੈ, ਤੂੰ ਖਸਮ ਤੇ ਵੇਖਣ ਦੇ ਮੇਰੀਆਂ ਹਰਕਤਾਂ ਨੂੰ, ਤੇ ਮੈਂ ਬਈ ਅੱਜ ਤੋਂ ਬਾਅਦ ਕਿਸੇ ਨਾਲ ਚੁਗਲੀ ਨਹੀਂ ਕਰਾਂਗਾ। ਅੰਦਰੋਂ ਮਨ ਆਉਂਦਾ ਹੈ, ਅੰਦਰੋਂ ਮਨ 'ਚ ਵਿਚਾਰ ਆਉਂਦਾ, ਚੁਗਲੀ ਕਰਨੀ ਹੈ, ਨਿੰਦਿਆ ਕਰਨੀ ਹੈ, ਤੇ ਪਰ ਮੈਂ ਇਹ ਕੰਮ ਨਹੀਂ ਕਰਾਂ। ਜੇ ਮੈਂ ਕੰਟਰੋਲ ਕਰਾਂ, ਇੰਦਰੀਆਂ ਦੇ ਵਿਸ਼ੇ ਨੇ, ਉਹਨਾਂ ਦੇ ਭੋਗ ਨੇ, ਉਹਨਾਂ ਤੇ ਵੀ ਮੈਂ ਸੰਜਮ ਕਰਾਂ। ਇਹੋ ਹੀ ਸੇਜ ਸਵਾਰਨਾ ਹੈ, ਕੋਈ ਵੱਖਰੀ ਚੀਜ਼ ਨਹੀਂ ਆ। ਬਾਕੀ ਜੇ ਤੁਸੀਂ ਸੇਜ ਸੋਚੋਗੇ ਤੇ ਸੇਜ ਦਾ ਮਤਲਬ ਇਹੋ ਹੀ ਹੈ ਕਿ ਜਿੱਥੇ ਬਹਿੰਦੇ ਨੇ ਆਪਾਂ ਸੌਂਦੇ ਹਾਂ ਉਸ ਜਗ੍ਹਾ ਨੂੰ ਸਾਫ਼ ਕਰੋ। ਇੱਥੇ ਮਤਲਬ ਇਹ ਆ, ਉਹਨਾਂ ਦਾ ਮਤਲਬ ਇਹ ਕਹਿਣ ਤੋਂ ਭਾਵ ਹੈ ਕਿ ਸਟੇਜ ਨੂੰ ਸਵਾਰਨਾ ਹੈ ਕਿ ਬਈ ਚਰਨਜੀਤ ਹੁਣ ਤੂੰ ਘਰੇ ਆ ਗਿਆ, ਇਹ ਨਾ ਹੋਵੇ ਕਿ ਤੂੰ ਦੋਵਾਂ ਤਿੰਨਾਂ ਕਮਰਿਆਂ ਤੇਰੀਆਂ ਜੁੱਤੀਆਂ ਤੁਰੀਆਂ ਫਿਰਨ। ਕਮ ਸੇ ਕਮ ਆਪਣੀ ਜੁੱਤੀ ਚੁੱਕ ਜਿੱਥੇ ਉਹ ਜਗ੍ਹਾ ਬਣੀ ਉੱਥੇ ਲੈ ਕੇ ਜਾ। ਨਹਾਉਣ ਤੋਂ ਬਾਅਦ ਆਪਣਾ ਤੌਲੀਆ ਤੂੰ ਵੀ ਸੁੱਕਣੇ ਪਾ ਸਕਦਾ, ਕੋਈ ਨੌਕਰ ਹੀ ਲੱਗਾ ਤੇਰਾ ਇੱਥੇ। ਤੂੰ ਥੋੜੇ ਬਹੁਤੇ ਆਪਣੇ ਕੰਮ ਕਰ, ਬੇਸਿਕ ਥੋੜੀਆਂ ਜੋ ਬਹੁਤੀਆਂ ਜ਼ਿੰਮੇਵਾਰੀਆਂ ਕਿ ਕਮ ਸੇ ਕਮ ਜ਼ਿੰਮੇਵਾਰੀ ਇਨਸਾਨ ਬਣ, ਐਵੇਂ ਨਾ ਤੁਰਿਆ ਫਿਰ। ਹੁਣ ਇੱਥੇ ਸੇਜ ਸਵਾਰਨ ਦਾ ਮਤਲਬ ਇਹੋ ਹੀ ਆ ਕਿ ਆਪਾਂ ਜਿੱਥੇ ਜਿੱਥੇ ਆਪਣਾ ਜ਼ਿੰਮੇਵਾਰੀ ਬਣਦੀ ਨਿਭਾਓ। ਲੋੜ ਦੇਖੋ ਪਤਾ ਕੀ ਆ, ਸੇਜ ਸਵਾਰਨ ਦਾ ਮਤਲਬ ਇੱਕ ਆ, ਆ ਡਿਸਟਰਬੈਂਸ ਪਤਾ ਨਹੀਂ ਕਦੀ ਹੋਈ। ਹਾਂਜੀ ਇੱਥੇ ਸੇਜ ਸਵਾਰਨ ਦਾ ਮਤਲਬ ਹੈਗਾ ਹੈ ਕਿ ਜਿੰਨਾ ਸਾਡੇ ਜੀਵਨ 'ਚ ਧਰਮ ਆ ਗਿਆ ਨਾ, ਜਿੰਨੇ ਪਰਸੈਂਟ ਨੇ ਜੋ ਸਾਹਿਬ, ਉਹਨੇ ਪਰਸੈਂਟ ਅਸੀਂ ਯੋਗ ਹਾਂ ਪ੍ਰਮਾਤਮਾ ਤੋਂ ਗਿਆਨ ਪ੍ਰਾਪਤ ਕਰਨ ਦੇ। ਧਰਮ ਜਿੰਨਾ ਸਾਡੇ ਨਿੱਜਰ ਸਾਹਿਬ ਜੀਵਨ 'ਚ ਆਉਂਦਾ ਗਿਆ ਨਾ, ਉਨੇ ਹੀ ਜ਼ਿਆਦਾ ਸਾਡੇ ਅੰਦਰ ਯੋਗਤਾ ਵੱਧਦੀ ਜਾਣੀ ਆ ਉਸ ਪ੍ਰਮਾਤਮਾ ਦੇ ਕਰੀਬ ਜਾਣ ਦੇ ਲਈ। ਜਿੰਨਾ ਅਸੀਂ ਧਰਮ ਤੋਂ ਦੂਰ ਹੁੰਦੇ ਜਾ ਰਹੇ ਹਾਂ, ਜਿੰਨੇ ਮੈਂ ਮਾੜੇ ਕੰਮ ਕਰਦਾ, ਜਿੰਨਾ ਮੈਂ ਦੁਰਾਚਾਰੀ ਕਰ ਰਿਹਾ, ਕਾਮ ਕ੍ਰੋਧ ਲੋਭ ਮੋਹ ਹੰਕਾਰ 'ਚ ਘੁੰਮ ਰਿਹਾ, ਰਾਗ ਕਰਦਾ, ਦਵੈਸ਼ ਕਰਦਾ, ਓਨੀ ਮੇਰੀ ਪਾਤਰਤਾ ਨਿੱਜਰ ਸਾਹਿਬ ਘਟਦੀ ਜਾਣੀ। ਇੱਕ ਸਿੰਪਲ ਜੀ ਇਹਨੂੰ ਕਹਿੰਦੇ ਸੇਜ ਸਵਾਰ। ਜਿੰਨਾ ਮੈਂ ਕਾਮ 'ਚ ਗ੍ਰਸਤ, ਹੁਣ ਮਨ 'ਚ ਵਿਚਾਰ ਆ ਗਿਆ ਨਾ ਜਾਓ, ਕੋਈ ਜ਼ਬਰਦਸਤੀ ਥੋੜੀ ਨਿੱਜਰ ਸਾਹਿਬ ਸਾਡਾ ਗੁੱਟ ਫੜ ਕੇ ਕੋਈ ਲੈ ਚੱਲਿਆ। ਠੀਕ ਹੈ, ਕ੍ਰੋਧ ਦੀ ਗੱਲ ਕਰਦੇ ਹੋ, ਕ੍ਰੋਧ ਹੀ ਦੇਖੋ ਕਿਹੜੀ ਗੱਲ ਤੋਂ ਕ੍ਰੋਧ ਹੁੰਦਾ ਹੈ ਔਰ ਕੀ ਕ੍ਰੋਧ ਕਰਨ ਦੇ ਨਾਲ ਮਸਲੇ ਦਾ ਹੱਲ ਹੋਇਆ। ਜੇ ਨਹੀਂ ਹੋਇਆ ਤੇ ਉਹਤੇ ਵੇਖੋ, ਉਹਤੇ ਧਿਆਨ ਦਿਓ ਆਪਣੇ ਕ੍ਰੋਧ। ਲੋਭ ਦੀ ਗੱਲ ਵੇਖ ਲਓ, ਕਿੰਨਾ ਕੁ ਲੋਭ ਕਰਨਾ। ਜਿੰਨਾਂ ਲਈ ਲੋਭ ਕਰ ਰਹੇ, ਜੋ ਲਾਲਚ ਕਰ ਰਹੇ ਹੋ, ਪਹਿਲਾਂ ਵੇਖੋ ਉਹ ਤੁਹਾਡੀ ਕਦਰ ਕਰਦੇ ਆ, ਉਹ ਤੁਹਾਡਾ ਕਿੰਨਾ ਕੁ ਮਾਣ ਸਤਿਕਾਰ ਹੋ ਰਿਹਾ, ਉਹ ਤੋਂ ਥੋੜਾ ਦੂਰ ਹੋ। ਮੋਹ ਵੇਖ ਲਓ ਕਰਕੇ, ਤੁਸੀਂ ਤੇ ਮੋਹ ਕਰੀ ਜਾਂਦੇ ਜੋ ਅਗਲਾ ਵੀ ਤੁਹਾਡੇ ਨਾਲ ਮੋਹ ਕਰਦਾ। ਇਹ ਗੱਲਾਂ ਬਾਤਾਂ ਹੁੰਦੀਆਂ ਨੇ ਸਾਰੀਆਂ, ਤੇ ਆਪਾਂ ਇੱਥੇ ਇਹੋ ਵਿਚਾਰ ਕਰਨਾ ਕਿ ਜਿੰਨਾ ਸਾਡੇ ਜੀਵਨ 'ਚ ਧਰਮ ਆਊਗਾ ਉਨੇ ਹੀ ਜ਼ਿਆਦਾ ਅਸੀਂ ਸਾਡੀ ਸਟੇਜ ਹੈ ਜਿਹੜੀ ਉਹ ਸਵਾਰੀ ਜਾਏਗੀ। ਹੁਣ ਅਸੀਂ ਇਹ ਕੰਮ ਕੀਤਾ ਤੇ ਫਿਰ ਅਗਲੇ ਬੰਨੇ ਕੀ ਹੋਗਾ ਨੇ? ਜਿਸ ਅਗਲੀ ਤੋਂ ਬੋਲੋ। सोई सही संदेह निवारै। हाँ, माइक किसी दा स्पीकर ते माइक दोनों खुले किसी देखियो किधे है भाई। एक सेकंड। हेलो। हाँ जी ठीक है नीचे साहब, कोई गल नहीं, हो गया ना बंद होने। हाँ जी। सोई सही संदेह निवारै। नहीं होया जी बंद। नहीं माइक नीचे साहब किसी का नहीं ऑन हो गया, बंद ना करता। हाँ जी आगे बोलिए। मेरी आवाज रिपीट हो रही है। हाँ हरविंदर सॉरी वीर जी, मैं दसदा सी मेजर साहब होना दी आवाज रिपीट हो रही है। हाँ हाँ मेरी भी रिपीट हो रही है। चलो नेटवर्क हाँ जी हाँ ठीक है, कोई ओके थैंक यू। हाँ ठीक है नीचे साहब हम ट्राई करो। सस्सा सो शाह सेज सवारै, सोई सही संदेह निवारै। संदेह जेड़ा हैगा गोरख साहब आवाज वापस बाउंस हो रही है मेरी, पता नहीं की गल।
निजे साहब एक बार दोबारा लॉग इन करो, एक साइन आउट करो दोबारा। हाँ जी, हाँ जी, वही मैं कर दूँ। हेलो हेलो हेलो, हाँ जी, हाँ जी, आ रही आवाज जी? हेलो, जैसा फोन ट्राई करो। हाँ जी, हाँ जी। सस्सा सोच है सेज सवार है, सोई सही संदेह निवारे। ਕਹਿੰਦੇ ਉਹੀ ਸਹੀ ਹੈਗਾ ਭਾਈ, ਜਿਹੜਾ ਆਪਣਾ ਸੰਦੇਹ ਜਿਹੜਾ ਹੈਗਾ, ਜਿਹੜਾ ਆਪਣਾ ਸੰਸਾ ਜਿਹੜਾ ਹੈਗਾ, ਜਿਹੜਾ ਹੈਗਾ ਮਾਲਕ ਪਰਮਾਤਮਾ ਦੇ ਉੱਤੇ ਜਿਹੜਾ ਹੈਗਾ ਭਰੋਸਾ ਜਿਹੜਾ ਹੈਗਾ ਉਹਨੂੰ ਨਿਵਾਰਦਾ ਹੈ, ਦੂਰ ਕਰਦਾ ਹੈ। ਮਾਲਕ ਪਰਮਾਤਮਾ ਦੇ ਉੱਤੇ ਭਰੋਸਾ ਜਿਹੜਾ ਹੈਗਾ ਲਿਆਉਣਾ ਬਹੁਤ ਲਾਜ਼ਮੀ ਹੈਗਾ, ਕਿਉਂਕਿ ਆਪਾਂ ਨੂੰ ਭਰੋਸਾ ਹੀ ਨਹੀਂ ਹੈ। ਮਾਲਕ ਪਰਮਾਤਮਾ ਆਪਣੇ ਅੰਗ ਸੰਗ ਹੈਗਾ। ਕਦੀ ਬਿਲਕੁਲ ਆਪਾਂ ਸੋਚਦੇ ਹਾਂ ਮੈਂ ਤਾਂ ਇਕੱਲਾ ਹੈਗਾ, ਉਹ ਮਾਲਕ ਤਾਂ ਅੰਗ ਸੰਗ ਹੈਗਾ ਭਾਈ। ਆਹ ਸੰਦੇਹ ਹੈਗਾ ਜਿਹੜਾ ਇਹਨੂੰ ਨਿਵਾਰਨਾ ਹੈ। ਸੱਸਾ ਸੋ ਸ਼ਹਿ ਸੇ ਸਵਾਰੇ ਸੋਈ ਸਹੀ, ਉਹ ਮਾਲਕ ਸਹੀ ਹੈਗਾ, ਔਰ ਉਹ ਜਿਹੜਾ ਹੈਗਾ ਉਹ ਅਭਿਆਸੀ ਵੀ ਸਹੀ ਹੈਗਾ, ਜਿਹੜਾ ਕਿ ਇਸ ਤਰੀਕੇ ਦੇ ਨਾਲ ਜਿਹੜਾ ਹੈਗੇ ਆਪਣੀ ਸੇਜਾ ਸਵਾਰ ਰਿਹਾ ਹੈ, ਆਪਣੇ ਅਵਗੁਣ ਦੂਰ ਕਰ ਰਿਹਾ ਹੈ, ਆਪਣੇ ਅੰਦਰੋਂ ਜਿਹੜਾ ਹੈਗਾ ਔਰ ਜਿਹੜਾ ਧਿਆਨ ਸਿਮਰਨ ਕਰ ਰਿਹਾ ਆ। ਧਿਆਨ ਸਿਮਰਨ ਕਰਨ ਦੇ ਨਾਲ ਜਿਹੜਾ ਹੈਗਾ ਮਨ ਦੀ ਪਾਵਰ ਵੱਧਦੀ ਹੈ, ਔਰ ਜਿਹੜਾ ਹੈਗਾ ਮਨ ਜਿਹੜਾ ਹੈਗਾ ਉਹ ਆਪਾਂ ਉਹਨੂੰ ਇਹ ਛੋਟੇ ਸੁੱਖ ਜਿਹੜੇ ਅਲਪ ਸੁੱਖ ਹੈਗੇ ਇਹਨਾਂ ਨੂੰ ਛੱਡਣ ਤੋਂ ਜਿਹੜਾ ਹੈਗਾ ਮਨ ਜਿਹੜਾ ਹੈਗਾ ਛੱਡਣ ਨੂੰ ਤਿਆਰ ਹੋ ਜਾਂਦਾ ਹੈ। ਅਲਪ ਸੁਖ ਛਾੜ ਪਰਮ ਸੁਖ ਪਾਵਾਂ, ਤਵੇ ਤ੍ਰਿਓ ਕੰਤ ਕਹਾਵਾ। ਕਹਿੰਦੇ ਅਲਪ ਸੁਖ ਜਿਹੜਾ ਹੈਗਾ ਇਹ ਜੋ ਮਾਲਕ ਨੇ ਚੋਗਾ ਖਿਲਾਰਿਆ ਹੋਇਆ ਆ, ਇਹਨਾਂ ਨੂੰ ਛੱਡ ਕੇ ਅਲਪ ਸੁਖ ਛਾੜ ਪਰਮ ਸੁਖ ਪਾਵਾਂ, ਤਬ ਉਹ ਕੰਤ ਤਬ ਉਹ ਤ੍ਰੀ ਉਹ ਕੰਤ ਕਹਾਵਾ। ਤਾਂ ਜਿਹੜਾ ਹੈਗਾ ਇਹ ਜਿਹੜੀ ਹੈਗੀ ਆ ਜੀਵ ਇਸਤਰੀ ਔਰ ਉਹਦਾ ਪਤੀ ਕਹਾ ਸਕਦਾ ਹੈ, ਤਾਂ ਹੀ ਸੁਹਾਗਣ ਇਹ ਕਹੀ ਜਾ ਸਕਦੀ ਹੈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇੱਥੇ ਬਾਣੀ ਚ ਆਪਾਂ ਨੂੰ ਇੱਕ ਕਬੀਰ ਜੀ ਸਮਝਾ ਰਹੇ ਨੇ ਕਿ ਜਿੰਨਾ ਜ਼ਿਆਦਾ ਅਸੀਂ ਇਹ ਜਿਹੜੇ ਛੋਟੇ ਜਿਹੜੇ ਛਨ ਭੰਗੂਰ ਦੁੱਖ ਨੇ, ਜਿਹੜੇ ਇੰਦਰੀਆਂ ਦੇ ਭੋਗ ਕਿਹਾ ਗਿਆ, ਦੇਖੋ ਵੈਸੇ ਤੇ ਨਾਮ ਨੇ ਆਪਣਾ ਕੰਮ ਕਰਨਾ ਹੀ ਆ, ਉਹਨੇ ਤੇ ਸਾਨੂੰ ਮੁਕਤ ਕਰ ਹੀ ਦੇਣਾ, ਪਰ ਜਦੋਂ ਦਵਾਈ ਦੇ ਨਾਲ ਆਪਾਂ ਥੋੜਾ ਪਰਹੇਜ਼ ਕਰਦੇ ਹਾਂ ਨਾ, ਤੇ ਦਵਾਈ ਦਾ ਅਸਰ ਬਹੁਤ ਛੇਤੀ ਹੁੰਦਾ। ਇੱਥੇ ਕਬੀਰ ਜੀ ਇਹ ਨਹੀਂ ਕਹਿੰਦੇ ਕਿ ਤੁਸੀਂ ਔਗਣਾਂ ਦਾ ਤਿਆਗ ਕਰ ਸਕਦੇ, ਪਰ ਉਹ ਕਹਿੰਦੇ ਆ ਕਿ ਕਮ ਸੇ ਕਮ ਤੇਰੇ ਚਿੱਤ 'ਚ ਤੇ ਪ੍ਰਗਟ ਹੋਣ ਦੇ, ਕਮ ਸੇ ਕਮ ਇੰਦਰੀਆਂ 'ਚ ਨਾ ਪ੍ਰਗਟ ਹੋਣ ਦੇ। ਜਿਹੜਾ ਮੂੰਹ ਚੁੱਕ ਕੇ ਆਪਾਂ ਚੱਲ ਜਾਂਦੇ ਆ ਭੋਗਾਂ ਨੂੰ ਭੋਗਣ ਦੇ ਲਈ, ਉਹ ਉੱਥੋਂ ਹੀ ਸਾਨੂੰ ਵਰਜਿਤ ਕਰ ਰਹੇ। ਕਹਿੰਦੇ ਕਿ ਤੇਰਾ ਦਿਲ ਕਰਦਾ ਗਲਤ ਜਗ੍ਹਾ ਤੇ ਫੋਨ ਡਾਇਲ ਕਰਨ ਨੂੰ, ਕਮ ਸੇ ਕਮ ਉਂਗਲਾਂ ਤੇ ਕੰਟਰੋਲ ਕਰ, ਨਾ ਕਰ। ਮਨ ਕਿਤੇ ਆ ਗਈ ਗੱਲ, ਪਰ ਉਂਗਲਾਂ ਦੇ ਨਾਲ ਨਾ ਕਰ। ਹੁਣ ਜਦੋਂ ਤੂੰ ਇਹ ਕੰਮ ਬੰਦ ਕਰਤਾ ਫਿਰ ਕੀ ਹੋਊਗਾ? ਉਹ ਕਹਿੰਦੇ ਨਾਲ ਹੀ ਤੈਨੂੰ ਕੀ ਹੋਣਾ, ਤੈਨੂੰ ਪਰਮ ਸੁੱਖ ਨੂੰ ਪ੍ਰਾਪਤ ਕਰਨ 'ਚ ਕੋਈ ਮੁਸ਼ਕਲ ਨਹੀਂ ਆਊ। ਤੇਰਾ ਇੱਕ ਰਸਤਾ ਕਲੀਅਰ ਹੋ ਗਿਆ, ਕਿਉਂਕਿ ਜਦੋਂ ਤੂੰ ਔਗਣਾਂ ਦਾ ਤਿਆਗ ਕਰਨਾ ਸ਼ੁਰੂ ਕੀਤਾ ਨਾ, ਤੇਰੇ ਜੀਵਨ 'ਚ ਧਰਮ ਆਊਗਾ। ਚੋਰੀ ਕਰਨ ਨੂੰ ਦਿਲ ਕਰਦਾ ਹੈ, ਤੂੰ ਨਹੀਂ ਕਰ ਰਿਹਾ। ਰਿਸ਼ਵਤ ਲੈਣ ਨੂੰ ਦਿਲ ਕਰਦਾ, ਉਹ ਵੀ ਚੋਰੀ ਆ, ਤੂੰ ਨਹੀਂ ਕਰ ਰਿਹਾ। ਤਿਆਗ ਕਰ ਦਿੱਤਾ, ਉਹਨੂੰ ਅਰਪਣ ਕਰਦਾ ਹੈ, ਫਿਰ ਕੀ ਹੋਊਗਾ ਕਿ ਤੇਰੀ ਉਹਦੀ ਪਾਤਰਤਾ ਵਧੇਗੀ। ਜਿੰਨਾ ਜ਼ਿਆਦਾ ਅਸੀਂ ਟੁੱਟਦੇ ਹਾਂ, ਓਨਾ ਹੀ ਅਸੀਂ ਧਰਮ ਤੋਂ ਦੂਰ ਹੁੰਦੇ ਹਾਂ। ਜਿੰਨਾ ਜ਼ਿਆਦਾ ਅਸੀਂ ਭੋਗਾਂ ਦਾ ਤਿਆਗ ਕਰਦੇ ਹਾਂ, ਓਨੀ ਹੀ ਸਾਡੇ ਅੰਦਰ ਪਾਤਰਤਾ ਆਉਂਦੀ ਹੈ। ਦੇਖੋ ਇੱਕ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ, ਜਿੰਨਾ ਜ਼ਿਆਦਾ ਛੱਡੇਗਾ ਤੈਨੂੰ ਓਨਾ ਜ਼ਿਆਦਾ ਮਿਲ ਜੂਗਾ। ਤੂੰ ਜਿੰਨਾ ਜ਼ਿਆਦਾ ਫੜੇਗਾ ਫੁੱਲੀਆਂ ਨੂੰ, ਓਨਾ ਤੇਰਾ ਹੱਥ ਉੱਤੇ ਫਸਿਆ ਰਹਿਣਾ।
ਤੂੰ ਇਹ ਸਮਝਣ ਦੀ ਕੋਸ਼ਿਸ਼ ਕਰਨੀ ਆ। ਤੇ ਕਹਿੰਦੇ ਫਿਰ ਕੰਤ ਦਾ ਮਤਲਬ ਹੋਈ ਫਿਰ ਹੀ ਤੂੰ ਸਹੀ ਤਰੀਕੇ 'ਚ ਬੰਦਗੀ ਕਰ ਰਿਹਾ। ਬਾਕੀ ਤੂੰ ਜਾਂਦਾ ਵੀ ਆ ਗੁਰਦੁਆਰੇ ਮੰਦਿਰ 'ਚ ਵੀ ਜਾਂਦਾ, ਪਾਠ ਵੀ ਪੜ੍ਹੀ ਜਾਂਦਾ ਤੇ ਠੱਗੀਆਂ ਵੀ ਮਾਰੀ ਜਾਂਦਾ, ਕ੍ਰੋਧ ਵੀ ਲਈ ਫਿਰਦਾ, ਕਾਮ ਦੇ ਵਿੱਚ ਵੀ ਤੁਰਿਆ ਫਿਰਦਾ, ਲੋਭ 'ਚ ਵੀ ਤੁਰਿਆ ਫਿਰਦਾ, ਮੋਹ 'ਚ ਤੁਰਿਆ ਫਿਰਦਾ, ਹੰਕਾਰ 'ਚ ਵੀ ਤੁਰਿਆ ਫਿਰਦਾ, ਤੇ ਫਿਰ ਪ੍ਰਮਾਤਮਾ ਦੇ ਲਈ ਛੇਜ ਤੇ ਕੋਈ ਖਾਲੀ ਨਾ ਹੋਈ। ਕਿੱਥੇ ਬਹੂਗਾ ਆ ਕੇ ਉਹਨੂੰ ਬਹਾਉਣ ਦੇ ਲਈ ਜਗ੍ਹਾ, ਫਿਰ ਥੋੜੀ ਸਫਾਈ ਕਰਨਾ। ਹੁਣ ਆਪਣੇ ਘਰੇ ਗੈਸਟ ਆਉਂਦਾ ਹੈ, ਆਪਾਂ ਜਦੋਂ ਕੋਈ ਖਾਸ ਗੈਸਟ ਆਉਂਦਾ ਤੇ ਆਪਾਂ ਨੂੰ ਫੋਨ ਕਰਦਾ। ਹੁਣ 25-30 ਸਾਲ ਬਾਅਦ ਆਪਾਂ ਨੂੰ ਕੋਈ ਮਿਲਣ ਆ ਰਿਹਾ, ਆਪਾਂ ਬੜੀ ਕੋਸ਼ਿਸ਼ ਕਰਦੇ ਹਾਂ, ਬੈੱਡ ਸ਼ੀਟਾਂ ਚੰਗੀਆਂ ਵਿਛਾਉਂਦੇ ਹਾਂ, ਸੋਫੇ ਸਾਫੇ ਤੇ ਉੱਥੇ ਵੀ ਕੱਪੜਾ ਮਾਰਦੇ ਹਾਂ ਜਿੱਥੇ ਕਿਤੇ ਨਹੀਂ ਮਾਰਿਆ, ਪੂਰੀ ਸਫਾਈ ਕਰਦੇ ਹਾਂ। ਹੁਣ ਆਪਾਂ ਪ੍ਰਮਾਤਮਾ ਨੂੰ ਸੱਦ ਰਹੇ ਹਾਂ, ਵੱਡੀ ਡਿਮਾਂਡ ਆ, ਬ੍ਰਹਮ ਨੂੰ ਸੱਦ ਰਹੇ ਹਾਂ। ਬ੍ਰਹਮ ਕਿਹੜੇ ਬ੍ਰਹਮ ਨੂੰ? ਇਹ ਜਿੰਨੇ ਸਾਰੀ ਦੁਨੀਆ ਨੂੰ ਤਿਆਰ ਕੀਤਾ ਹੈ ਤੇ ਐਡੀ ਮਹਾਨ ਹਸਤੀ ਨੂੰ ਆਪਾਂ ਬੁਲਾ ਰਹੇ ਹਾਂ, ਤੇ ਆਪਣੀ ਸੇਜ ਨੂੰ ਸਵਾਰਨ ਤੇ ਸਾਨੂੰ ਪ੍ਰੋਬਲਮ ਕੀ ਹੈ? ਸਾਡੀ ਤੇ ਸੇਜ ਇੱਛਾਧਾਰੀ ਆ, ਪਰ ਇੱਥੇ ਹੁਣ ਮੈਂ ਸੋਫੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਬਿਠਾਇਆ ਵਾ, ਤੇ ਰੱਬ ਕਿੱਥੇ ਬੈਠੂ ਤੇਰਾ? ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਉੱਥੇ ਮੈਂ ਰਾਗ ਤੇ ਭਾਇਆ, ਦਵੈਸ਼ ਭਾਇਆ, ਈਰਖਾ ਦੁਨੀਆ ਭਰ ਦੀ ਮੇਰੇ ਅੰਦਰ ਭਰੀ ਪਈ ਹੈ, ਅੰਦਰ ਹੈਗੀ ਹੈ, ਕਮ ਸੇ ਕਮ ਮੂੰਹ ਤੋਂ ਕੰਟਰੋਲ ਕਰਾਂ। ਪਰ ਉੱਥੇ ਜਗ੍ਹਾ ਚਾਹੀਦੀ ਹੈ, ਕਹਿੰਦੇ ਥੋੜਾ ਜਿਹਾ ਅਰੇਂਜ ਕਰੋ, ਥੋੜੀ ਹਾਊਸ ਕੀਪਿੰਗ ਕਰੋ, ਸਫਾਈ ਕਰੋ, ਪਤਾ ਲੱਗੇ ਪਰਮਾਤਮਾ ਨੂੰ ਕਿ ਇਹ ਬੰਦਾ ਤੇ ਥਾਲੀ ਥੋੜੀ ਮਾਂਜ ਕੇ ਬੈਠਾ, ਕੌਲੀ ਵੀ ਰੱਖੀ, ਗਲਾਸ ਰੱਖਿਆ, ਭਾਵੇਂ ਖਾਲੀ ਰੱਖਿਆ, ਇਹਨੂੰ ਰੁਕ ਕੇ ਦੋ ਬਈ ਇਹਨੇ ਤਿਆਰੀ ਕੀਤੀ ਹੈ ਪੂਰੀ, ਚੌਂਕੜਾ ਮਾਰ ਕੇ ਬੈਠਾ। ਅੱਗੇ ਬੋਲ। ਹਾਂਜੀ, ਇਸ ਤਰ੍ਹਾਂ ਹੀ ਗੋਰਖੀ ਸਾਹਿਬ ਇੱਕ ਨਾ ਮਤਲਬ ਭਗਤੀ ਕਰ ਰਿਹਾ ਸੀਗਾ ਬੰਦਾ, ਜਿਹੜਾ ਹੈਗਾ ਪਰਮਾਤਮਾ ਨੂੰ ਪੁਕਾਰ ਰਿਹਾ ਸੀਗਾ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ, ਰਾਮ ਰਾਮ ਕਰ ਰਿਹਾ ਸੀ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਹਮਣੇ ਪ੍ਰਗਟ ਹੋ ਗਿਆ। ਕਹਿੰਦਾ ਕਿਉਂ ਰੌਲਾ ਪਾਇਆ, ਦੱਸ ਕੀ ਗੱਲ ਆ? ਕਹਿੰਦਾ ਮੇਰੇ ਘਰ 'ਚ ਆਓ, ਮੇਰੇ ਹਿਰਦੇ 'ਚ ਵਸੋ, ਮੇਰੇ ਘਰ 'ਚ ਵਸੋ। ਕਹਿੰਦੇ ਘਰ ਵਾਲਿਆਂ ਨੂੰ ਪੁੱਛ ਲਾ ਪਹਿਲਾਂ, ਜਿਹੜਾ ਹੈਗਾ ਬਈ ਉਹ ਘਰ ਵਾਲਿਆਂ ਨੂੰ ਤੈਨੂੰ ਜਿਹੜਾ ਹੈਗਾ ਉਹ ਚਾਹੁੰਦੇ ਆ, ਮੈਨੂੰ ਆਉਣ ਦੇਣਗੇ ਤੇਰੇ ਘਰ ਵਾਲੇ? ਕਹਿੰਦੇ ਮੇਰਾ ਘਰ ਆ, ਮੇਰੇ ਘਰ 'ਚ ਕੌਣ ਮਨਾ ਕਰ ਸਕਦਾ? ਕਹਿੰਦੇ ਪੁੱਛ ਕੇ ਦੇਖ ਲਾ। ਤੇ ਕਿ ਪਹਿਲਾਂ ਕਾਮ ਨੂੰ ਪੁੱਛਿਆ, ਬਈ ਜੀ ਕਾਮ ਜੀ ਤੁਸੀਂ ਪਾਸੇ ਹੋ, ਮਾੜਾ ਜਿਹਾ ਦਿਓ ਜਗ੍ਹਾ, ਮਾਲਕ ਪਰਮਾਤਮਾ ਨੇ ਆਉਣਾ ਹੈ। ਉਹ ਕਹਿੰਦਾ ਕਿ ਤੈਨੂੰ ਪਤਾ ਨਹੀਂ ਹੈ ਬਈ ਮੇਰੇ ਬਗੈਰ ਜਿਹੜਾ ਹੈਗਾ ਤੇਰੇ ਪਰਿਵਾਰ ਕਿੱਥੋਂ ਆ ਜਾਊਗਾ? ਇਹ ਸਾਰਾ ਦਾ ਸਾਰਾ ਤੇਰਾ ਸਾਰਾ, ਤੈਨੂੰ ਮੇਰਾ ਸੁੱਖ ਦਾ ਪਤਾ ਨਹੀਂ ਹੈ। ਫਿਰ ਕ੍ਰੋਧ ਨੂੰ ਪੁੱਛਿਆ, ਕ੍ਰੋਧ ਕਹਿੰਦਾ ਦੇਖ ਤੇਰਾ ਕਹਿਣਾ ਕਿਹਨੇ ਮੰਨਣਾ ਹੈ? ਫਿਰ ਜੇ ਤੂੰ ਕ੍ਰੋਧ ਨਹੀਂ ਕਰੇਗਾ ਤੇ ਤੈਨੂੰ ਤਾਂ ਗੁਆਂਢੀ ਜਿਹੜੇ ਲੁੱਟ ਕੇ ਖਾ ਜਾਣਗੇ। ਫਿਰ ਲੋਭ ਦਾ ਪੁੱਛਿਆ, ਲੋਭ ਕਹਿੰਦਾ ਮੇਰੇ ਬਗੈਰ ਜਿਹੜਾ ਹੈਗਾ, ਕਹਿੰਦੇ ਤੂੰ ਜਿਹੜਾ ਹੈਗਾ ਇੰਨਾ ਸਾਰਾ ਟੈਰੀਟਰੀ ਹੈ, ਇੰਨਾ ਜਿਹੜਾ ਹੈਗਾ ਅਮੀਰੀ ਹੈ, ਇੰਨਾ ਘਰ ਗ੍ਰਸਤੀ ਬਣਾ ਸਕਦਾ ਹੈ ਤੂੰ? ਮੋਹ ਜਿਹੜਾ ਹੈਗਾ, ਮੋਹ ਨੂੰ ਪੁੱਛਿਆ, ਮੋਹ ਦੇ ਬਗੈਰ ਕਹਿੰਦੇ ਆ ਤੂੰ ਜਿਹੜਾ ਹੈਗਾ ਇੱਥੇ ਦੁਨੀਆ 'ਚ ਜਿਹੜਾ ਹੈਗਾ ਪਦਾਰਥ ਦੁਨੀਆ ਦੇ ਸਾਰੇ ਇਹਨਾਂ ਨੂੰ ਭੋਗ ਕਿਵੇਂ ਭੋਗ ਸਕਦਾ ਹੈ? ਸਾਰਿਆਂ ਨੇ ਮਨਾ ਕਰ ਦਿੱਤਾ। ਦੇਖ ਲਓ, ਉਹ ਕਹਿੰਦੇ ਭਾਈ ਉਹ ਮਾਲਕ ਤਾਂ ਬਾਹਰ ਹੀ ਹੈਗਾ ਤੇ ਅੰਦਰ ਇਹ ਆਉਣ ਹੀ ਨਹੀਂ ਦੇ ਰਹੇ ਉਹਨੂੰ। ਹਾਂ ਨਿਜਰ ਸਾਹਿਬ, ਇੰਨੀ ਜ਼ਿਆਦਾ ਟਾਈਮ ਜੇ ਇਨਵੈਸਟਮੈਂਟ ਕੀਤੀ ਹੈ ਤੇ ਉਹਨਾਂ ਚੀਜ਼ਾਂ ਦਾ ਪ੍ਰਭਾਵ ਹੁੰਦਾ ਵਾ ਸਾਡੇ। ਬਿਲਕੁਲ। ਚਲੋ ਆਪਾਂ ਜ਼ਿਆਦਾ ਤੇ ਨਹੀਂ ਕਰ ਸਕਦੇ, ਥੋੜੀ ਬਹੁਤੀ ਸਫਾਈ ਤੇ ਨਹੀਂ, ਥੋੜੀ ਬਹੁਤੀ ਕਰੀਏ, ਜੇ ਜ਼ਿਆਦਾ ਨਹੀਂ ਕਰ ਸਕਦੇ, ਕਮ ਸੇ ਕਮ ਥੋੜਾ ਬਹੁਤਾ ਝਾੜੂ ਪੋਚਾ ਹੀ ਮਾਰੀਏ, ਮਾੜਾ ਮੋਟਾ ਹੀ ਕੁਛ ਅੱਗੇ ਪਿੱਛੇ ਕਰੀਏ, ਤੇ ਪ੍ਰਮਾਤਮਾ ਨੂੰ ਥੋੜਾ ਜਿਹਾ ਵਿਸ਼ਵਾਸ ਆ ਜਾਏ ਕਿ ਬੰਦਾ ਕੋਸ਼ਿਸ਼ ਕਰ ਰਿਹਾ। ਹਾਂਜੀ ਨਿਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਹਾਂ ਹੋਤ ਹੋਏ ਨਹੀਂ ਜਾਣਾ, ਕਹਿੰਦੇ ਉਹ ਮਾਲਕ ਪਰਮਾਤਮਾ ਹੈਗਾ, ਤੈਨੂੰ ਮਨੁੱਖਾ ਸਰੀਰ ਮਿਲਿਆ ਹੋਇਆ ਆ ਤੇ ਫਿਰ ਵੀ ਤੂੰ ਉਹਨੂੰ ਮਾਲਕ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਵਿਸ਼ਵਾਸ ਹੀ ਨਹੀਂ ਹੈਗਾ ਤੇਰੇ ਅੰਦਰ ਵਿਸ਼ਵਾਸ ਹੀ ਨਹੀਂ ਹੈ, ਤੇਰਾ ਸੰਦੇਹ ਹੀ ਨਹੀਂ ਗਿਆ। ਸੋਈ ਸਹੀ ਸੰਦੇਹ ਨਿਵਾਰੇ, ਤੇਰਾ ਤਾਂ ਸੰਦੇਹ ਹੀ ਨਹੀਂ ਗਿਆ, ਤੇਰਾ ਤਾਂ ਸਹਿਮ ਤੇਰਾ ਤਾਂ ਉਸੇ ਤਰ੍ਹਾਂ ਬਰਕਰਾਰ ਹੈ, ਤੈਨੂੰ ਵਿਸ਼ਵਾਸ ਹੀ ਨਹੀਂ ਹੈ ਮਾਲਕ ਪਰਮਾਤਮਾ ਦੇ ਉੱਤੇ। ਹਾਂ ਹੋਤ ਹੋਏ ਨਹੀਂ ਜਾਣਾ, ਜਬ ਹੀ ਹੋਏ ਤਬ ਹੈ ਮਨ ਮਾਨਾ। ਕਹਿੰਦੇ ਜਹਾਂ ਤੇਰਾ ਵਿਸ਼ਵਾਸ ਹੋ ਗਿਆ ਤੈਨੂੰ ਤੇ ਤੇਰੇ ਮਨ ਨੇ ਮੰਨ ਜਾਣਾ ਹੈ ਉਸੇ ਵੇਲੇ। जब ही होए तब है मन माना, है तो सही लखे जो कोई। कहते मालक परमात्मा तो हमेशा ही हाजर नाजर हैगा, कोई लखे तो सही उस मालक परमात्मा नू, तब ओही ओ ए ना होई। ਜਿਹਨੇ ਜਿਹੜਾ ਧਿਆਨ ਸਿਮਰਨ ਕਰਦਾ ਹੈ, ਜਿਹੜਾ ਲਿਵ ਵਾਲੇ ਰਸਤੇ ਤੇ ਚੱਲਦਾ ਹੈ, ਬੰਦਗੀ ਕਰਦਾ ਹੈ, ਤੇ ਫਿਰ ਕਹਿੰਦੇ ਆ ਭਾਈ ਉਹ ਮਾਲਕ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ, ਉਹ ਇਹ ਨਹੀਂ ਰਹਿੰਦਾ। ਹਾਂਜੀ ਵੀਰ। ਹਾਂਜੀ ਠੀਕ ਹੈ ਕਬੀਰ ਜੀ, ਫਿਰ ਆਪਾਂ ਨੂੰ ਸਮਝਾਉਣਾ ਕਰ ਰਹੇ ਨੇ। ਦੇਖੋ ਪਹਿਲੀ ਤੁਕ ਦੇ ਵਿੱਚ ਉਹਨਾਂ ਨੇ ਕਿਹਾ ਹੈ ਆਹਾ ਹੋਤ ਹੋਏ ਨਹੀਂ ਜਾਣਾ। ਉਹ ਕਹਿੰਦੇ ਪਰਮਾਤਮਾ ਹੈਗਾ, ਪਰ ਬੰਦਾ ਥੋੜੀ ਮੰਨਦਾ ਕਿ ਪਰਮਾਤਮਾ ਹੈਗਾ।
ਕਿੱਡੇ ਕਿੱਡੇ ਵੱਡੇ ਸਾਇੰਟਿਸਟ ਆ, ਉਹ ਕਹਿੰਦੇ ਬਿਗ ਬੈਂਗ ਹੋ ਗਿਆ, ਆਪਣੇ ਆਪ ਹੀ ਜੰਗਲ ਚੋਂ ਬਾਂਦਰਾਂ ਤੋਂ ਬੰਦਾ ਬਣ ਗਿਆ। ਹੁਣ ਬਾਂਦਰ ਕਿੱਥੋਂ ਆਏ ਉਹਦਾ ਕੋਈ ਜਵਾਬ ਨਹੀਂ ਹੈਗਾ ਨਾ। ਇਹ ਕਹਿੰਦੇ ਮੱਛੀਆਂ ਆਪੇ ਹੀ ਪੈਦਾ ਹੋ ਰਹੀਆਂ ਨੇ, ਇਹ ਸਮੁੰਦਰ ਵੀ ਆਪੇ ਹੀ ਇਕੱਠਾ ਹੋ ਗਿਆ। ਪਹਿਲਾਂ ਇੱਥੇ ਬੜਾ ਪਤਾ ਨੀ ਕੀ ਬਣਿਆ ਸੀ, ਅੱਧਾ ਚੰਦਰਮਾ ਬਣ ਗਿਆ, ਕੁਝ ਆਹ ਬਣ ਗਿਆ, ਧਰਤੀ ਬਣ ਗਈ, ਕੋਈ ਸੂਰਜ ਦਾ ਹਿੱਸਾ ਸੀ, ਸੂਰਜ ਤੋਂ ਫਿਰ ਠੰਡਾ ਹੁੰਦਾ ਗਿਆ, ਠੰਡਾ ਹੁੰਦਾ ਗਿਆ, ਏਦਾਂ ਦੀਆਂ ਗੱਪਾਂ। ਤੇ ਇਹ ਫਿਰ ਇਹ ਹੁਣ ਇਹ ਨਹੀਂ ਦੱਸਦੇ ਕਿ ਇਹ ਹਵਾ 'ਚ ਕਿੱਥੋਂ ਖਲੋਗੀ ਜਾ ਕੇ। ਫਿਰ ਆੜੇ ਅੰਦਰ ਤੁਹਾਡੇ ਅੰਦਰ ਬੋਡੀ ਦੇ ਇੰਨੇ ਸਿਸਟਮ ਲੱਗੇ ਨੇ, ਆੜਾ ਇੰਨਾ ਔਰਗਨ ਆ, ਇਹ ਕਿੱਥੋਂ ਆ ਜਾਂਦਾ ਵਾ? ਇਹ ਛੋਟੇ ਜਿਹੇ ਇੱਕ ਮਾਸਾ ਜਿਹੜਾ ਰੇਤਾ ਤੋਂ ਛੋਟਾ ਖਾਣਾ ਉਹ ਕਿੱਥੋਂ ਆ ਜਾਂਦਾ ਹੈ? ਉਹ ਪ੍ਰੋਗਰਾਮਿੰਗ ਬਿਨਾਂ ਲਾਇਆ ਤੇ ਇੱਕ ਚੱਕੀ ਤੇ ਆਟਾ ਨਹੀਂ ਪੀ ਸਕਦੇ ਅਸੀਂ, ਬਿਨਾਂ ਕੁਝ ਕੀਤੇ ਇੱਕ ਚਾਹ ਦਾ ਕੱਪ ਨਹੀਂ ਬਣਦਾ। ਤੇ ਆੜਾ ਇੰਨੀ ਪ੍ਰਕਿਰਤੀ ਕਿੱਥੋਂ ਆ ਗਈ? ਪਰ ਉਹ ਕਹਿੰਦੇ ਆ ਕਿ ਹੋ ਤੇ ਹੈਗਾ ਵਾ, ਤੇ ਫਿਰ ਵੀ ਨਹੀਂ ਜਾਣਦਾ, ਤੂੰ ਮੰਨਦਾ ਹੀ ਨਹੀਂ ਬੰਦਾ। ਬੰਦਾ ਕਿੱਥੇ ਆਉਣਾ? ਇੱਥੇ ਹੁਣ ਸੰਗਤ ਬੈਠੀ, ਹੁਣ ਮੈਨੂੰ ਪਤਾ ਨੀ ਕਿੰਨੇ ਕੁ ਤੁਹਾਡੇ ਚੋਂ ਮੰਨਦੇ ਆ, ਉਹ ਅੰਦਰ ਵਿਸ਼ਵਾਸ ਥੋੜੀ ਹੁੰਦਾ ਬੰਦੇ ਨੂੰ। ਬਿਲਕੁਲ ਨਹੀਂ ਹੁੰਦਾ। ਰੱਬ ਨਾਲ ਦੀ ਕੋਈ ਸ਼ਕਤੀ ਹੈਗੀ, ਇਹ ਤਾਂ ਹੁਣ ਤੁਹਾਨੂੰ ਪਤਾ ਸਾਧ ਸੰਗਤ ਜੀ, ਮੈਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦਾ। ਪਰ ਜਦੋਂ ਪਤਾ ਲੱਗ ਗਿਆ ਕਿ ਪ੍ਰਮਾਤਮਾ ਹੈਗਾ ਤਾਂ ਧਰਮ ਤੁਹਾਡੇ ਜੀਵਨ ਚ ਆਊਗਾ। ਜੇ ਤੁਸੀਂ ਧਰਮ ਨਹੀਂ ਹੈਗਾ ਫਿਰ ਔਗੁਣ ਕਿਵੇਂ ਕਰਾਂਗੇ ਆਪਾਂ? ਜੇ ਪ੍ਰਮਾਤਮਾ ਦਾ ਜੇ ਆਪਾਂ ਨੂੰ ਹੁਣ ਇੱਥੇ ਕੋਈ ਪਤਾ ਹੀ ਨਹੀਂ, ਕੋਈ ਸੁਪਰਵਾਈਜ਼ਰ ਕੋਈ ਨਹੀਂ ਹੈ, ਉਹ ਕਿਹੜਾ ਪ੍ਰਮਾਤਮਾ ਜੀ? ਉਹ ਕਹਿੰਦੇ ਪ੍ਰਮਾਤਮਾ ਤਾਂ ਹੈਗਾ ਪਰ ਉਹ ਗੁਰਦੁਆਰੇ ਮੰਦਿਰ ਚ ਰਹਿੰਦਾ, ਉਹ ਇੱਥੇ ਸਾਡੇ ਘਰ ਨਹੀਂ ਆਉਂਦਾ। ਉੱਥੇ ਮਿਲ ਆਉਂਦੇ ਅਸੀਂ 10 ਮਿੰਟ ਅੱਧਾ ਘੰਟਾ, ਕੀਰਤਨ ਵੀ ਸੁਣ ਆਉਂਦੇ, ਮੱਥਾ ਟੇਕ ਆਉਂਦੇ ਹਨ। ਤੇ ਮੇਰੇ ਪਿਤਾ ਤੂੰ ਇੱਥੇ ਹੀ ਰਹਿ, ਬਾਕੀ ਜਿਹੜੇ ਹਫ਼ਤੇ ਚ ਕਰੀ ਤੇਰੇ ਕੋਲ ਦਰਸ਼ਨ ਕਰ ਜਾਵਾਂਗਾ, ਤੇ ਬਾਅਦ ਦੇ ਵਿੱਚ ਜੋ ਮੇਰਾ ਮਨ ਕਰਦਾ ਮੈਂ ਉਹ ਸਾਰਾ ਕੁਝ ਉਹ ਕਰੂੰਗਾ, ਉਹਦੀ ਟੈਨਸ਼ਨ ਨਾ ਲਓ। ਪਰ ਕਬੀਰ ਜੀ ਫਿਰ ਅੱਗੇ ਕਹਿੰਦੇ ਕਿ ਪਹਿਲੀ ਗੱਲ ਹੈਗਾ ਵਾ ਤੇ ਉਹਨੂੰ ਜਾਣਦਾ ਨਹੀਂ, ਤੂੰ ਜਾਣਦਾ ਨਹੀਂ, ਹਨਾ, ਵਿਸ਼ਵਾਸ ਹੀ ਨਹੀਂ ਹੈ। ਕਹਿੰਦੇ ਜਬ ਹੋਈ ਹੋਏ, ਜਦੋਂ ਤੈਨੂੰ ਪਤਾ ਲੱਗ ਗਿਆ ਕਿ ਪ੍ਰਮਾਤਮਾ ਹੈਗਾ ਹੈ, ਉਸ ਤੋਂ ਬਾਅਦ ਹੀ ਤੇਰੇ ਮਨ ਨੇ ਮੰਨਣਾ ਹੀ। ਬਿਲਕੁਲ ਸਹੀ ਗੱਲ। ਉਦਾਂ ਨਹੀਂ ਉਹ ਮੰਨਦਾ। ਤੂੰ ਅਜੇ ਤੂੰ ਪੁੱਛਦਾ ਫਿਰਦਾ ਬਾਜ਼ਾਰਾਂ 'ਚ ਜਾ ਕੇ, ਇਹ ਸਵਾਦ ਹੀ ਲੈ ਆਉਂਦੇ ਆ। ਧਰਮ ਦਾ ਮਤਲਬ ਤੇ ਹੈਗਾ ਹੈ ਕਿ ਉਹ ਤੇ ਕਹਿੰਦੇ ਇੱਕ ਪੈਰ ਧਰੀਜੀਏ ਤੇ ਸਿਰ ਦੀਜੀਏ ਤੇ ਕਾਨ ਨਾ ਕੀਜੀਏ। ਫਿਰ ਸਿਰ ਦੇ ਕੇ ਫਿਰ ਕਾਨ ਨਾ ਕਰੀ, ਰੌਲਾ ਨਾ ਪਾਵੇਂ, ਦੇ ਦੀ। ਉਹ ਤੇ ਚਰਖੀਆਂ ਤੇ ਚੜ ਗਈ ਹੈਗੇ। ਦੇਖ ਲਓ ਕੀ ਕੀਤਾ ਨਾ, ਨੇਜਾਂ ਤੇ ਸਿਰਾਂ ਦਾ ਮੁੱਲ ਪੈ ਗਿਆ, ਪਿੱਛੇ ਨਹੀਂ ਹੋਇਆ ਗਏ। ਇਹ ਸਿੱਧੀ ਵੱਡੀ ਗੱਲ ਹੈ। ਇੱਥੇ ਮੇਰੇ ਹਿਸਾਬ ਨਾਲ ਪ੍ਰਮਾਤਮਾ ਸਾਡਾ ਇਮਤਿਹਾਨ ਲਵੇ ਤੇ ਅਸੀਂ ਸਾਰੇ ਭੱਜ ਜੀਏ ਨਿੱਜਾ ਸਾਹਿਬ। ਬਿਲਕੁਲ। ਅੱਧੇ ਦੇ ਗਾਇਬ ਵੀ ਹੋ ਜਾਣੇ ਆ। ਕਹਿੰਦਾ ਆਦੇ ਇੱਧਰ ਜਾਓ, ਆਦੇ ਇੱਧਰ ਜਾਓ, ਆਦੇ ਮੇਰੇ ਸਾਥ ਆਓ। ਉਹ ਜਦੋਂ ਸਾਡਾ ਕਿ ਪ੍ਰਮਾਤਮਾ ਇਮਤਿਹਾਨ ਲਵੇ ਤੇ ਅਸੀਂ ਸਾਰੇ ਭੱਜ ਭੁੱਜ ਜਾਣਾ ਲੱਗਦਾ। ਪਰ ਪ੍ਰਮਾਤਮਾ ਸਾਡਾ ਇਮਤਿਹਾਨ ਕੀ ਲੈਣਾ? ਉਹ ਤਾਂ ਖੁਦ ਚਾਹੁੰਦਾ ਕਿ ਕੋਈ ਨੀ, ਮਾੜਾ ਮੋਟਾ ਹੱਥ ਤੇ ਖੜਾ ਕਰੋ। ਪਰ ਕਹਿੰਦੇ ਜਦੋਂ ਤੂੰ ਹੱਥ ਖੜਾ ਕਰ ਲਿਆ ਨਾ, ਮਨ ਨੇ ਤੇਰੇ ਮੰਨ ਜਾਣੇ, ਬੜੀ ਵੱਡੀ ਗੱਲ ਹੈ। ਉਦਾਂ ਨੀ ਮਨ ਮੰਨਦਾ, ਜਦੋਂ ਅਸੀਂ ਨਹੀਂ ਮੰਨਦੇ ਤੇ ਮਨ ਕਿੱਥੋਂ ਮੰਨੂਗਾ ਨਿੱਜਰ ਸਾਹਿਬ? ਬਿਲਕੁਲ ਸਹੀ ਗੱਲ ਹੈ। ਪਰ ਕਹਿੰਦੇ ਆ ਕਿ ਤੂੰ ਇੱਕ ਕੰਮ ਕਰੀ, ਪਹਿਲੀ ਗੱਲ ਹੈਗਾ ਹੀ ਹੈ ਵੀ ਆ ਤੇ ਇਹਦੇ ਬਾਵਜੂਦ ਤੂੰ ਮੰਨਦਾ ਨਹੀਂ ਆ। ਪਰ ਜਦੋਂ ਤੂੰ ਮੰਨ ਲਿਆ ਤੇ ਫਿਰ ਕੀ ਹੋਊਗਾ? ਤੇਰਾ ਮਨ ਮੰਨ ਜਾਏਗਾ। ਉਦਾਂ ਨੀ ਤੇਰੇ ਮਨ ਨੇ ਮੰਨਣਾ। ਹਾਂਜੀ ਨਿੱਜਰ ਸਾਹਿਬ ਅਗਲੀ ਤੁਕ ਬੋਲੋ। ਹੈ ਤਾਂ ਸਹੀ ਲੱਖ ਹੈ ਜੋ ਕੋਈ, ਕਹਿੰਦੇ ਪ੍ਰਮਾਤਮਾ ਦਾ ਹੈਗਾ, ਉਹਦੇ ਚ ਤਾਂ ਕੋਈ ਡਾਊਟ ਹੀ ਨਹੀਂ ਹੈ। ਕਹਿੰਦੇ ਕੋਈ ਲੱਖ ਦਾ ਹੀ ਨਹੀਂ ਹੈ, ਕੋਈ ਇੰਟਰਸਟ ਹੀ ਨਹੀਂ ਰੱਖਦਾ। ਮਾਲਕ ਪਰਮਾਤਮਾ ਨੂੰ ਤੁਰਨਾ ਹੀ ਪਸੰਦ ਨਹੀਂ ਕਰਦਾ। ਭਗਤੀ ਤੇ ਵਿਸ਼ਵਾਸ ਹੀ ਨਹੀਂ ਹੈਗਾ। ਹੈ ਤਾਂ ਸਹੀ ਲੱਖ ਹੈ ਜੋ ਕੋਈ ਲਖੇ ਤਾਂ ਸਹੀ ਨਾ, ਜਿਹੜਾ ਤਬ ਉਹੀ ਉਹ ਇਹ ਨਾ ਹੋਈ। ਫਿਰ ਜਿਹੜਾ ਹੈਗਾ, ਜਿਹੜਾ ਲਖਦਾ ਆ ਉਹਦਾ ਰੂਪ ਹੀ ਹੋ ਜਾਂਦਾ ਹੈ ਪਾਏ, ਉਹ ਇਹ ਨਹੀਂ ਰਹਿੰਦਾ ਫਿਰ। ਹਾਂਜੀ ਗੁਰੂ ਦਾ ਹੁਣ ਕਿਤੇ ਹੈਗਾ ਵਾ ਤੇ ਪਰ ਸਮਝਦਾ ਕੋਈ ਵੀ ਨਹੀਂ। ਹਾਂ, ਪਰ ਜਦੋਂ ਕੋਈ ਸਮਝਦਾ ਹੈ ਤੇ ਫਿਰ ਕਹਿੰਦੇ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ। ਉਹ ਬਿਲਕੁਲ ਬੜੀ ਵੱਡੀ ਗੱਲ ਹੋ ਜਾਂਦੀ ਆ। ਪਰ ਲਖੇ ਕੋਈ ਦਾ ਮਤਲਬ ਕੋਈ ਟਾਵਾਂ ਪਰਮਾਤਮਾ ਨੂੰ ਜਾਣਨ ਦੇ ਲਈ ਬਹੁਤ ਲੋਕ ਗਤੀ ਨਹੀਂ ਕਰਦੇ। ਕੋਈ ਨਹੀਂ ਕੋਸ਼ਿਸ਼ ਕਰਦਾ ਪਰਮਾਤਮਾ ਰੂਪੀ ਸ਼ਕਤੀ ਹੈ। ਲੋਕੀ ਤਾਂ ਸੋਚਦੇ ਆ ਤੁਸੀਂ ਪਤਾ ਨਹੀਂ ਕਿੱਥੋਂ 100 ਕੁ ਬੰਦਾ ਬੰਦਗੀ ਕਰ ਰਹੇ ਜੋ, ਜ਼ਿਆਦਾਤਰ ਤੇ ਬੰਦਾ ਤੇ ਤੁਰਦਾ ਹੀ ਨਹੀਂ। ਉਹ ਸੋਚਦਾ ਵਾ ਕਿ 2-4 ਬਾਣੀ ਦੇ ਪਾਠ ਕੀਤੇ, ਮੱਥਾ ਟੇਕਿਆ, ਘਰ ਆ ਗਏ, ਉੱਥੇ ਕੜਾਹ ਲੈ ਗਏ, 10 ਦੀ ਦੇਗ ਕਰਾਤੀ। ਬੰਦਾ ਪੁੱਛੋ ਪ੍ਰਮਾਤਮਾ ਸਾਡੀ ਦੇਗ ਦਾ ਭੁੱਖਾ? ਉਹਨੇ ਕੀ ਕਰਨੀ ਸਾਡੀ 10-20 ਰੁਪਈਆਂ ਦੀ ਦੇਗ? ਉਹ ਤੇ ਪਹਿਲਾਂ ਵੀ ਕਿਹਾ ਵਾ ਬਾਣੀ ਚ ਕਿ ਪ੍ਰਮਾਤਮਾ ਦੇ ਕੋਲ ਜਾਣਾ ਹੈ ਤੇ ਪਹਿਲਾਂ ਪ੍ਰਮਾਤਮਾ ਤੇਰਾ ਮਨ ਮੰਗਦਾ ਹੈ, ਉਹਦੇ ਚਰਨਾਂ ਚ ਮਨ ਰੱਖਣਾ ਪੈਣਾ ਹੀ। ਉਹਦੀ ਕੀਮਤ ਬਹੁਤ ਜ਼ਿਆਦਾ ਵਾ। ਉਹ ਇਹ ਕਾਰਾਂ ਕੂਰਾਂ ਨਹੀਂ ਚਾਹੀਦੀਆਂ ਪਰਮਾਤਮਾ ਨੂੰ, ਵੈਸੇ ਵੀ ਸਾਡੀਆਂ ਨਹੀਂ ਆ।
ਇਹ ਤੇ ਪ੍ਰਕਿਰਤੀ ਦੀਆਂ ਜਿੱਥੇ ਆਪਾਂ ਚਲੇ ਗਏ ਤਾਂ ਕੋਸ਼ਿਸ਼ ਕਰ ਗਏ, ਇਹ ਸਾਰਾ ਸਮਾਨ ਤੇ ਇੱਥੇ ਰਹਿ ਜਾਣਾ। ਬਿਲਕੁਲ ਕਿ ਇੱਥੇ ਮਿਲਿਆ ਸਾਨੂੰ, ਇਹ ਰਿਸ਼ਤੇਦਾਰੀਆਂ ਵੀ ਇੱਥੇ ਟੁੱਟ ਜਾਣੀਆਂ ਸਾਰੀਆਂ। ਤੇ ਇੱਥੇ ਜਿਹੜੀ ਕੋਈ ਯਥਾਰਕ ਚੀਜ਼ ਜਿਹੜੀ ਹੈਗੀ ਆ ਨਾ, ਉਹ ਕਹਿੰਦੇ ਆ ਕਿ ਉਹਨੂੰ ਕੋਈ ਬੰਦਾ ਵਿਰਲਾ ਬੰਦਾ ਹੀ ਖੋਜਦਾ ਹੈ, ਸਾਰੇ ਨਹੀਂ ਖੋਜਦੇ, क्योंकि उधर जाता ही कोई नहीं। हाँ जी निजो साहब अभी तो बोलो तभी। और दूसरी चीज़ यह है गोलकी साहब कि प्रकृति ਦੇ ਵਿੱਚ ਨਾ ਜਿੰਨੀ ਵੀ ਜੋ ਕੁਝ ਵੀ ਪ੍ਰਕਿਰਤੀ ਦੇ ਵਿੱਚ ਪਦਾਰਥ ਹੈਗੇ, ਇਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਇਹਨਾਂ ਨੂੰ ਆਪਾਂ ਨਾਲ ਨਹੀਂ ਲੈ ਕੇ ਜਾ ਸਕਦੇ ਬਸ। ਹਾਂ ਉਹੀ ਤੇ ਗੱਲ ਤੇ ਪੰਗਾ ਤੇ ਆ ਕਿ ਨਿਜੋ ਸਾਹਿਬ ਕਿ ਇਹਨੂੰ ਇਹ ਨਹੀਂ ਪਤਾ ਮੈਂ ਜਾਣਾ ਵਾ ਇੱਥੇ। ਪ੍ਰਕਿਰਤੀ ਨੂੰ ਯੂਜ਼ ਕਰਨ ਦੀ ਤੇ ਬੜੀ ਦੂਰ ਦੀ ਗੱਲ ਹੈ। ਬੰਦਾ ਤੇ ਬੰਦੇ ਨੂੰ ਥੋੜੀ ਪਤਾ ਕਿ ਮੈਂ ਜਾਣਾ। ਬਿਲਕੁਲ ਵੇਖ ਲਓ ਆਪਣੇ ਪਰਿਵਾਰ ਦੇ ਕਿੰਨੇ ਜੀ ਉੱਥੇ ਬੜੀਆਂ ਸਾੜ ਆਉਂਦਾ, ਆਪਣੇ ਹੱਥੀਂ ਸਾੜ ਕੇ ਆਉਂਦਾ, ਪਰ ਉਹਨੂੰ ਪਤਾ ਵਾ ਕਿ ਮੈਂ ਜਾਣਾ। ਜੇ ਇਹਨੂੰ ਪਤਾ ਵਾ ਨਾ ਮੈਂ ਜਾਣਾ ਤੇ 95% ਉਹਦੇ ਨਿੱਜੇ ਸਭ ਕਰਮ ਸਹੀ ਹੋ ਜਾਣ। ਬਿਲਕੁਲ ਪਰ ਬੰਦੇ ਨੂੰ ਨਹੀਂ ਪਤਾ ਮੈਂ ਜਾਣਾ, ਬੰਦਾ ਮੰਨਦਾ ਹੀ ਨਹੀਂ, ਆਖਰ ਤੱਕ ਨਹੀਂ ਮਰੂਗਾ। ਤੁਸੀਂ ਹਸਪੀਟਲ ਜਾ ਕੇ ਵੇਖ ਲਓ, ਬੰਦੇ ਉੱਥੇ ਕਈ ਬੈਠੇ, ਉਹ ਕਹਿੰਦੇ ਬਸ ਜੀ ਹਾਰਟ ਅਟੈਕ ਹੀ ਆਇਆ ਵਾ, 5-6 ਦਿਨਾਂ ਚ ਘਰ ਚੱਲ ਜਾਣਾ। ਤੇ ਅਗਲੇ ਏਦਾਂ ਹੀ ਸੋਚ ਕੇ ਬੈਠੇ ਕਿ ਇਹ ਕੋਈ ਗੱਲ ਨਹੀਂ, ਠੀਕ ਹੋ ਜਾਣਾ, ਠੀਕ ਹੋ ਜਾਣਾ, ਬੰਦਾ ਨਹੀਂ ਮੰਨਦਾ। ਹਾਂਜੀ ਨੇੜੇ ਤੋਂ ਅਗਲੀ ਤੋਂ ਲਿਓ ਲਿਓ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੇ ਬਹੁਤ ਸੋਗ। ਕਹਿੰਦੇ ਪ੍ਰੋਬਲਮ ਇੱਥੇ ਹੈਗੀ ਭਾਈ, ਉਹ ਪਰਮਾਤਮਾ ਨੇ ਚੋਗਾ ਜਿਹੜਾ ਖਿਲਾਰਿਆ ਹੋਇਆ ਉਹਦਾ ਅਟਰੈਕਸ਼ਨ ਬਹੁਤ ਜ਼ਿਆਦਾ ਹੈ, ਚਮਕ ਬਹੁਤ ਜ਼ਿਆਦਾ ਹੈਗੀ, ਉਹਦੀ ਚਮਕ ਜਿਹੜੀ ਹੈਗੀ ਇਨਸਾਨ ਨੂੰ ਪਾਗਲ ਕਰ ਦਿੰਦੀ ਹੈ। ਬਸ ਸਾਰੀ ਦੁਨੀਆ ਕਹਿੰਦੇ ਆ ਵੀ ਲੈ ਲਾਂ, ਆ ਵੀ ਲੈ ਲਾਂ, ਲਿਓ ਲਿਓ ਕਰਤ ਫਿਰੈ ਸਭ ਲੋਕ, ਤਾਂ ਕਾਰਨ ਵਿਆਪੇ ਬਹੁਤ ਸੋਗ। ਇਹਦੇ ਕਾਰਨ ਕਹਿੰਦੇ ਆ ਦੁੱਖ ਵਿਆਪਦੇ ਆ ਭਾਈ। ਇਹ ਦੁੱਖ ਹੈਗੇ ਸਾਰੇ ਦੇ ਸਾਰੇ, ਆਪਾਂ ਨੂੰ ਸੁੱਖ ਲੱਗਦੇ ਆ ਪਦਾਰਥ, ਇਹਨਾਂ ਦੇ ਕਾਰਨ ਇਨਸਾਨ ਜਿਹੜਾ ਹੈਗਾ ਦੁਖੀ ਹੁੰਦਾ ਹੈ। ਤਾਂ ਕਾਰਨ ਵਿਆਪੇ ਬਹੁਤ ਸੋਗ, ਲਖਮੀ ਵਰਸਿਓ ਜੋ ਲਿਓ ਲਾਵੈ, ਸੋਗ ਮਿਟੇ ਤਬਿ ਸੁਖ ਪਾਵੇ। ਜੇ ਕਿਤੇ ਇਹ ਲక్ష్ਮੀ ਨੂੰ ਛੱਡ ਕੇ ਲక్ష్ਮੀ ਦੇ ਪਤੀ ਜਿਹੜਾ ਹੈਗਾ ਪਰਮਾਤਮਾ, ਮਾਇਆ ਦਾ ਪਤੀ ਪਰਮਾਤਮਾ, ਜੇ ਕਿਤੇ ਉਹਦੇ ਨਾਲ ਲਿਵ ਲਗਾ ਲਿਆ ਆਪਣੀ, ਤੇ ਸਾਰੇ ਦੇ ਸਾਰੇ ਕਹਿੰਦੇ ਸੋਗ ਇਹਦੇ ਮਿਟ ਜਾਣ ਤੇ ਸੁਖੀ ਹੋ ਜਾਏ ਇਨਸਾਨ ਹਮੇਸ਼ਾ ਵਾਸਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਹੁਣ ਕਹਿੰਦੇ ਕਿ ਸਾਰੀ ਦੁਨੀਆ ਕੀ ਕਰਦੀ ਹੈ ਕਿ ਉਹ ਮਤਲਬ ਮਾਇਆ ਦੇ ਪਿੱਛੇ ਘੁੰਮ ਰਹੀ ਹੈ। ਔਰ ਉਹਨਾਂ ਦੀ ਜੀਵਨ ਦੀ ਜਿਹੜੀ ਪ੍ਰਾਪਤੀ ਹੈ, ਉਹ ਸੋਚਦੇ ਕਿ ਪੈਸਾ ਹੀ ਇਕੱਠਾ ਕਰਨਾ ਜੀਵਨ ਦਾ ਮਕਸਦ ਹੈ। ਕੋਈ ਸੋਚਦਾ ਥੋੜੀ ਹੈ ਕਿ ਮੈਂ ਧਰਤੀ ਤੇ ਜਨਮ ਲਿਆ ਵਾ। ਉਹ ਸੋਚਦੇ ਆ ਕਿ ਐ ਜਿਹੜਾ ਸੰਸਾਰ ਹੈ, ਇੱਥੇ ਵੱਧ ਤੋਂ ਵੱਧ ਘਰ-ਬਾਰ, ਗੱਡੀਆਂ, ਕੋਠੀਆਂ, ਕੋਈ ਦੁਕਾਨਾਂ ਕਿਰਾਏ ਤੇ ਦੇ ਦੂੰਗਾ, ਫਿਰ ਮੈਂ ਜ਼ਮੀਨ ਖਰੀਦ ਲੂੰਗਾ, ਉਹਨੂੰ ਮੈਂ ਠੇਕੇ ਤੇ ਦਊਂਗਾ, ਫਿਰ ਮੈਨੂੰ ਪੈਸੇ ਆਉਣਗੇ, ਫਿਰ ਉਹਨਾਂ ਪੈਸਿਆਂ ਦੇ ਮੈਂ ਹੋਰ ਮਕਾਨ ਖਰੀਦੂੰਗਾ। ਏਦਾਂ ਕਰਕੇ ਸੋਚਣ ਦਿਆ ਵਾ। ਔਰ ਉਹ ਮਾਇਆ ਦੇ ਬਾਰੇ ਹੀ ਸੋਚਦਾ ਰਹਿੰਦਾ ਹੈ, ਜਦ ਕਿ ਇਹ ਨਹੀਂ ਸੋਚਦਾ ਕਿ ਮੇਰੀ ਜ਼ਰੂਰਤ ਕੀ ਹੈ, ਮਹੀਨੇ ਦੀ ਕਿੰਨੇ ਕੁ ਪੈਸੇ ਚਾਹੀਦੇ ਮੈਨੂੰ, ਔਰ ਮੇਰਾ ਕੀ ਜੀਵਨ ਦੇ ਵਿੱਚ ਪ੍ਰਾਪਤੀ ਕੀ ਹੈ, ਮੇਰਾ ਜੀਵਨ ਦਾ ਮਕਸਦ ਕੀ ਹੈ। ਮੈਂ ਇਨਸਾਨ ਆ, ਇਹ ਜਿਹੜੇ ਬੱਚਿਆਂ ਨੂੰ ਮੈਂ ਪੈਦਾ ਕਰ ਲਿਆ ਹੈ, ਇਹਨਾਂ ਦਾ ਮੈਂ ਵਿਆਹ ਵੀ ਕਰ ਦੂੰਗਾ, ਵੱਡੇ ਹੋ ਜਾਣਗੇ, ਪਰ ਇਹ ਬੱਚੇ ਵੱਡੇ ਹੋ ਕੇ ਕੀ ਕਰਨਗੇ? ਆਂਢ ਗੁਆਂਢ ਵੀ ਵਹਿੰਦਾ ਲੋਕਾਂ ਦੇ, ਉਹਨਾਂ ਦੇ ਚੱਲ ਚੁਲ ਗਏ, ਬੁੱਢਾ ਬੁੱਢੀ ਉੱਥੇ ਰਹਿ ਗਏ ਇਕੱਲੇ, ਕੋਈ ਵੀ ਨਹੀਂ ਰਹਿੰਦਾ ਉੱਥੇ, ਉਹ ਇਕੱਲੇ ਬੈਠੇ ਆ, ਕੋਈ ਵੀ ਨਹੀਂ ਲੱਗੇ। ਔਰ ਜਿਨ੍ਹਾਂ ਨੇ ਛੱਡਿਆ ਉਹਨਾਂ ਨਾਲ ਵੀ ਏਦਾਂ ਹੀ ਹੋਣਾ ਵਾ। ਪਰ ਬੰਦਾ ਸੋਚਦਾ ਥੋੜੀ ਕਿ ਮੇਰੇ ਨਾਲ ਏਦਾਂ ਹੋਣਾ। ਉਹ ਕਹਿੰਦਾ ਮੇਰੇ ਨਾਲ ਨਹੀਂ ਏਦਾਂ ਹੋਣਾ। ਬੰਦਾ ਮੰਨਦਾ ਹੀ ਨਹੀਂ, ਆਖਰ ਤੱਕ ਨਹੀਂ ਮੰਨਦਾ। ਪਤਾ ਹੀ ਉਦੋਂ ਲੱਗਦਾ ਜਦੋਂ ਵਕਤ ਚਪੇੜ ਮਾਰਦਾ, ਫਿਰ ਕੰਨਾਂ ਚੋਂ ਧੂੰਆਂ ਨਿਕਲਦਾ, ਫਿਰ ਕਹਿੰਦਾ ਹਾਂ ਬਈ ਏਦਾਂ ਹੋ ਗਿਆ ਹੀ, ਪਰ ਮੈਂ ਨਹੀਂ ਸੋਚਿਆ ਏਦਾਂ ਹੋਊ। ਪਰ ਉਹ ਤੇ ਜਿੱਦਾਂ ਦਾ ਜੋ ਬੀਜਿਆ ਉਹਨੇ ਤਾਂ ਉੱਗਣਾ ਹੀ ਉੱਗਣਾ। ਔਰ ਜਿੱਦਾਂ ਦਾ ਕੋਈ ਕਰਮ ਕਰਦਾ ਇਨਸਾਨ, ਉਹ ਚੀਜ਼ ਸਾਹਮਣੇ ਪ੍ਰਗਟ ਹੋ ਜਾਂਦੀ ਹੈ। ਠੀਕ ਹੈ ਜੀ ਨੇਜਾ ਸਾਹਿਬ। ਉਹ ਕਹਿੰਦੇ ਆ ਕਿ ਅਗਲੇ ਬੰਦੇ ਬੋਲੋ ਤੋਕਨ। ਲਿਓ ਲਿਓ ਕਰਤ ਫਿਰੈ ਸਭ ਲੋਗ, ਤਾਂ ਕਾਰਨ ਵਿਆਪੇ ਬਹੁ ਸੋਗ, ਲਖਮੀ ਵਰਸਿਓ ਜੋ ਲਿਵ ਲਿਓ ਲਾਵੈ, ਸੋਗ ਮਿਟੇ ਤਬ ਹੀ ਸੋਗ ਮਿਟੇ ਸਭ ਹੀ ਸੁਖ ਪਾਵੈ। ਕਹਿੰਦੇ ਬਸ ਜੇ ਕਿਤੇ ਉਹ ਇਹ ਲక్ష్ਮੀ ਨੂੰ ਛੱਡ ਕੇ ਇਹਨੂੰ ਲక్ష్ਮੀ ਨੂੰ ਉਹਨਾਂ ਕੀ ਯੂਜ਼ ਕਰੇ ਜਿੰਨੀ ਕੀ ਜ਼ਰੂਰਤ ਹੈਗੀ ਆ, ਤੇ ਲక్ష్ਮੀ ਬਾਹਰ ਜਿਹੜਾ ਹੈਗਾ ਮਾਇਆ ਦਾ ਪਤੀ ਪਰਮਾਤਮਾ, ਕਹਿੰਦੇ ਉਹਦੇ ਨਾਲ ਕਿਤੇ ਲਿਵ ਲਗਾ ਲੈ ਇਨਸਾਨ, ਖਿੱਚ ਉਹਦੇ ਨਾਲ ਬਣਾ ਲੈ, ਤੇ ਸਾਰੇ ਸੋਗ ਮਿਟ ਜਾਣ, ਤੇ ਸਾਰੇ ਦੇ ਸਾਰੇ ਸੁੱਖ ਪ੍ਰਾਪਤ ਹੋ ਜੂਗੇ। ਸੋਗ ਮਿਟ ਜਾਏਗਾ ਇਹਦਾ, ਤੇ ਸਾਰੀ ਤਰ੍ਹਾਂ ਚਾਰੋਂ ਪਾਸਿਓਂ ਸੁਖੀ ਹੋ ਜਾਏਗਾ। ਹਾਂਜੀ ਵੀਰ। ਹਾਂਜੀ ਠੀਕ ਹੈ। ਕਹਿੰਦੇ ਕਿ ਜਿੰਨਾ ਤੁਸੀਂ ਮਾਇਆ ਦੇ ਮਗਰ ਭੱਜੋਗੇ, ਤੁਸੀਂ ਓਨੇ ਦੁਖੀ ਹੋਵੋਗੇ, ਤੁਸੀਂ ਓਨੇ ਫਿਕਰਮੰਦ ਹੋਵੋਗੇ, ਓਨੇ ਤੁਸੀਂ ਪਰੇਸ਼ਾਨ ਹੋਵੋਗੇ।
ਜਦੋਂ ਤੁਸੀਂ ਪਰਮਾਤਮਾ ਦੀ ਬੰਦਗੀ ਕੀਤੀ ਤੇ ਥੋੜਾ ਜਿਹਾ ਆਪਣੇ ਆਪ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਕਿ ਮੇਰੇ ਜੀਵਨ ਦੀ ਪ੍ਰਾਪਤੀ ਕੀ ਹੈ। ਅੱਜ ਮੇਰੀ ਉਮਰ 20 ਸਾਲ 25 ਸਾਲ 30 ਸਾਲ 50 ਸਾਲ 70 ਸਾਲ ਹੋ ਗਈ ਆ, ਤੇ ਅੱਗੇ ਜਾ ਕੇ ਕੀ ਹੋਣਾ ਵਾ? ਜਿਹੜੇ ਰਸਤੇ ਤੇ ਮੈਂ ਤੁਰਿਆ ਜਾ ਰਿਹਾ, ਕੁਝ ਪ੍ਰਾਪਤੀ ਹੋ ਰਹੀ ਨਹੀਂ ਹੋ ਰਹੀ? ਕਹਿੰਦੇ ਜਦੋਂ ਤੁਸੀਂ ਇੰਨਾ ਵਿਚਾਰ ਕੀਤਾ ਤੇ ਫਿਰ ਕੀ ਹੋਊਗਾ ਕਿ ਤੁਹਾਡੇ ਜੀਵਨ ਦੇ ਅੰਦਰ ਜਿਹੜਾ ਸੋਗ ਆ ਨਾ, ਨਿੱਜਰ ਸਾਹਿਬ ਕਹਿੰਦੇ ਸਮਾਪਤ ਹੋ ਜਾਊ। ਕੇਵਲ ਇੰਨੀ ਗੱਲ ਸੋਚਣ ਦੇ ਨਾਲ ਕਿ ਮੈਂ ਜੇ ਕੁਝ ਨਹੀਂ ਚੀਜ਼ ਮਿਲ ਰਹੀ ਆ ਤੇ ਕਿਉਂ ਨਾ ਮੈਂ ਇੱਥੇ, ਮੇਰਾ ਮਕਸਦ ਕੀ ਹੈ ਜੀਵਨ ਦਾ, ਮੈਂ ਕਿਉਂ ਆਇਆ ਇੱਥੇ, ਕੌਣ ਆ ਮੈਂ? ਤੇ ਇਹ ਜਦੋਂ ਆਪਾਂ ਇਹਨੂੰ ਜਾਣਨ ਦੀ ਕੋਸ਼ਿਸ਼ ਕੀਤੀ, ਉਹ ਕੌਣ ਆ ਜਿਹੜਾ ਕਹਿੰਦੇ ਆ ਕਿ ਹੁਣ ਨਾ ਪਿਤਾ ਜੀ ਦਾ ਸਰੀਰ ਨੂੰ ਆਓ ਇਸ਼ਨਾਨ ਕਰਾ ਦਈਏ, ਆਓ ਇਹਨਾਂ ਦੇ ਹੁਣ ਇਹਨਾਂ ਦਾ ਸੰਸਕਾਰ ਕਰ ਦਈਏ, ਤੇ ਉਹ ਜਿਹੜਾ ਵਿੱਚ ਹੀ ਭੌਰ, ਉਹਦਾ ਮਤਲਬ ਕਿ ਵੱਖਰਾ ਸੀ, ਉਹ ਸਰੀਰ ਨਹੀਂ ਸੀ। ਹੁਣ ਜਦੋਂ ਇਹ ਸਵਾਲ ਆਉਂਦਾ ਹੈ ਤੇ ਫਿਰ ਬੰਦੇ ਦੀ ਚੇਤਨਾ ਵੀ ਕੰਮ ਕਰਦੀ ਆ ਕਿ ਮੈਂ ਸਰੀਰ ਨਹੀਂ ਹੈਗਾ, ਮੈਂ ਸਰੀਰ ਇੱਕ ਮਸ਼ੀਨ ਹੈ, ਇਹਨੂੰ ਵਰਤ ਰਿਹਾ। ਔਰ ਜਦੋਂ ਮੈਨੂੰ ਇੰਨੀ ਸੋਚ ਹੀ ਆ ਗਈ ਤੇ ਨਿੱਜਰ ਸਾਹਿਬ ਮੇਰੇ ਜੀਵਨ 'ਚ ਆਪਣੇ ਆਪ ਹੀ ਉਚਾਈ ਆਵੇ। ਹਾਂਜੀ, ਅੱਗੇ ਚੱਲੀ। ਸੋਗ ਮਿਟੇ ਸਭੀ ਸੁਖ ਪਾਵੇ, ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਖੱਖਾ ਖਿਰਤ ਖਪਤ ਗਏ ਕੀਤੇ। ਕਹਿੰਦੇ ਦੇਖ ਲੈ ਤੇਰੇ ਸਾਹਮਣੇ ਜਿਹੜੇ ਕਿੰਨੇ ਇੱਥੋਂ ਖਿਰ ਗਏ ਆ, ਬਈ ਖਪ ਗਏ ਆ ਇੱਥੇ, ਔਰ ਚਲੇ ਵੀ ਗਏ ਆ। ਖਿਰ ਗਏ ਮਤਲਬ ਇੱਥੋਂ ਜਿਹੜੇ ਹੈਗੇ ਜੀਵਨ ਸਮਾਪਤ ਕਰਕੇ ਤੇਰੇ ਸਾਹਮਣੇ ਕਿੰਨੇ ਚਲੇ ਗਏ, ਖਪ ਕੇ ਚਲੇ ਗਏ ਤੇਰੇ ਵਾਂਗੂ। ਖਿਰਤ ਖਪਤ ਹਜੂ ਨਹੀਂ ਚੇਤੇ। ਕਹਿੰਦੇ ਹਾਲੇ ਵੀ ਤੂੰ ਖਪੀ ਜਾ ਰਿਹਾ ਆ ਔਰ ਖਿਰੀ ਜਾ ਰਿਹਾ। ਤੇਰਾ ਸਰੀਰ ਜਿਹੜਾ ਹੈਗਾ, ਤੇਰੀ ਉਮਰ ਸਵਾਸ ਘਟੀ ਜਾ ਰਿਹਾ, ਸਰੀਰ ਕਮਜ਼ੋਰ ਹੋਈ ਜਾ ਰਿਹਾ ਹੈ, ਬੁਢਾਪਾ ਆਈ ਜਾ ਰਿਹਾ, ਤੇ ਹਾਲੇ ਵੀ ਤੂੰ ਚੇਤ ਨਹੀਂ ਰਿਹਾ। ਹਾਲੇ ਵੀ ਚੇਤਨਾ ਕੀ ਹੈ, ਹਾਲੇ ਵੀ ਸਾਵਧਾਨ ਨਹੀਂ ਹੋ ਰਿਹਾ, ਭਗਤੀ ਵੱਲ ਨੂੰ ਹਾਲੇ ਵੀ ਨਹੀਂ ਆ ਰਿਹਾ। ਅਬ ਜਗ ਜਾਨ ਜੋ ਮਨਾ ਰਹਾ। ਦੇਖ ਲਾ ਹੁਣ ਪਿਆਰਿਆ, ਹੁਣ ਇਹ ਤੈਨੂੰ ਜੱਗ ਦੇ ਬਾਰੇ ਪੂਰਾ ਗਿਆਨ ਦੇ ਦਿੱਤਾ। ਜੇ ਹੁਣ ਤੂੰ ਜਿਹੜਾ ਹੈਗਾ ਆਪਣੇ ਮਨ ਨੂੰ ਜਿਹੜਾ ਹੈਗਾ ਪਰਮਾਤਮਾ ਦੇ ਵਿੱਚ ਮਨਾ ਲਏਗਾ, ਪਰਮਾਤਮਾ ਵੱਲ ਨੂੰ ਲੱਗ ਜਾਏਗਾ, ਜਹ ਕਾ ਵਿਛੜਾ ਤਹ ਥਿਰ ਲਹੈ। ਜਿਹਦੇ ਤੋਂ ਵਿਛੜਿਆ ਹੋਇਆ ਆ ਪਿਆਰਿਆ, ਫਿਰ ਹੋ ਜਾਏਗਾ, ਉਸ ਮਾਲਕ ਪਰਮਾਤਮਾ ਦਾ ਰੂਪ ਹੋ ਜਾਏਗਾ। ਹਾਂਜੀ ਵੀਰ, ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਉਹ ਕਹਿੰਦੇ ਆ ਕਿ ਖੱਖੇ ਤੋਂ ਫਿਰ ਆਪਾਂ ਨੂੰ ਗਿਆਨ ਦੇ ਰਹੇ ਨੇ। ਕਹਿੰਦੇ ਖਪਤ ਗਏ ਕੀਤੇ। ਕਹਿੰਦੇ ਪਤਾ ਹੀ ਨਹੀਂ ਸਾਡੇ ਵਰਗੇ ਕਿੰਨੇ ਅਨੰਤ ਲੋਕ ਆਉਂਦੇ ਆ ਤੇ ਖੱਪ ਕੇ ਚਲ ਜਾਂਦੇ ਆ, ਪ੍ਰਾਪਤੀ ਕੁਝ ਵੀ ਨਹੀਂ ਹੁੰਦੀ। ਜਿਨ੍ਹਾਂ ਦੀ ਟਪੂਸੀਆਂ ਮਾਰੀਆਂ ਹੁੰਦੀਆਂ ਉਹ ਤੇ ਪਹਿਲਾਂ ਹੀ ਉੱਡ ਜਾਂਦੇ ਆ। ਉਹ ਬਾਅਦ ਦੇ ਵਿੱਚ ਪਰ ਜਿਵੇਂ ਜਿਵੇਂ ਸਰੀਰ ਕਮਜ਼ੋਰ ਹੁੰਦਾ ਤੇ ਬੰਦੇ ਨੂੰ ਪਤਾ ਲੱਗਦਾ ਪੱਲੇ ਤੇ ਕੁਝ ਵੀ ਨਹੀਂ ਪਿਆ। ਬਸ ਜੀਵਨ ਦਾ ਮਕਸਦ ਇਹੋ ਹੀ ਸੀ, ਬੱਚੇ ਪੈਦਾ ਕਰਨੇ, 2-4 ਘਰ ਹੀ ਬਣਾਉਣੇ। ਬਾਣੀ ਕਿਤੇ ਰੌਲਾ ਪਾਉਂਦੀ ਆ ਬਾਣੀ, ਉਹ ਕਹਿੰਦੀ ਕਿ ਅਵਰ ਕਾਜ ਤੇਰਾ ਕੋਈ ਵੀ ਕੰਮ ਤੇਰੇ ਕੰਮ ਦਾ ਨਹੀਂ ਹੈਗਾ। ਤੂੰ ਪਹਿਲਾਂ ਸਾਧ ਸੰਗਤ ਕਰ, ਸੰਗਤ ਜਾ ਕੇ ਵਿਆਹ, ਉੱਥੇ ਗਿਆਨ ਪ੍ਰਾਪਤ ਕਰ, ਤੇਰਾ ਕੰਮ ਹੈ ਜੀਵਨ ਦਾ ਭਗਤੀ ਕਰਨਾ। ਔਰ ਜਿਹਨੂੰ ਤੂੰ ਲਿਸਟ ਚ ਕੱਢ ਕੇ ਬੈਠਾ ਹੈ, ਫਿਰ ਉਹ ਕਹਿੰਦੇ ਆ ਕਿ ਤੈਨੂੰ ਨਹੀਂ ਪਤਾ ਜਿੰਨਾ ਇੱਥੇ ਕਿੰਨੀ ਦੁਨੀਆ ਏਦਾਂ ਹੀ ਖਾਲੀ ਹੱਥ ਤੁਰ ਗਈ ਆ, ਖਾਲੀ ਹੱਥ ਹੀ ਬੰਦਾ ਆਉਂਦਾ ਹੈ ਔਰ ਇਸੇ ਤਰ੍ਹਾਂ ਹੀ ਸੰਸਾਰ ਤੋਂ ਚੱਲ ਜਾਂਦਾ ਹੈ। ਪਰ ਤੂੰ ਕਦੇ ਵਿਵੇਕ ਤੋਂ, ਆਪਣੀ ਬੁੱਧੀ ਤੋਂ ਕੰਮ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੋ ਤੂੰ ਕਰ ਰਿਹਾ ਉਹਦੇ ਨਾਲ ਤੇਰੇ ਜੀਵਨ 'ਚ ਕੋਈ ਉਚਾਈ ਆ ਰਹੀ ਹੈ ਕਿ ਨਹੀਂ ਆ ਰਹੀ। ਹਾਂਜੀ ਨਜ਼ਰ ਸਾਹਿਬ, ਬਿਲਕੁਲ ਸਹੀ ਗੱਲ ਆ। ਹੁਣ ਆਖਰੀ ਜਿਹੜਾ ਹੈਗਾ, ਦੇਖੋ ਆਖਰੀ ਦੇ ਵਿੱਚ ਆ ਗਏ ਕਬੀਰ ਸਾਹਿਬ। ਆਖਰੀ ਕਬੀਰ ਸਾਹਿਬ ਨੇ ਦੱਸਤਾ ਪਾਏ, ਦੇਖੋ ਇਹ ਸਾਰਾ ਜਿਹੜਾ ਹੈਗਾ ਪ੍ਰੋਬਲਮ ਖਪ, ਤੇਰੇ ਤੋਂ ਪਹਿਲਾਂ ਵੀ ਖਪ ਗਏ ਆ, ਤੂੰ ਵੀ ਖਪੀ ਜਾ ਰਿਹਾ, ਉਸੇ ਰਾਹ ਤੇ ਤੂੰ ਚੱਲ ਰਿਹਾ ਆ। ਹੁਣ ਆਖਰੀ 45ਵੇਂ ਨੰਬਰ 'ਚ ਕਹਿ ਰਹੇ, ਕਹਿੰਦੇ ਕਿ 52 ਅੱਖਰ ਜੋਰੇ ਆਨ ਸਕਿਆ ਨਾ ਅੱਖਰ ਇੱਕ ਪਛਾਣ। ਕਹਿੰਦੇ ਮੈਂ ਤਾਂ ਪਾਈ 52 ਅੱਖਰ ਜਿਹੜੇ ਲਾ ਕੇ ਉਹਨਾਂ ਤੋਂ ਤੈਨੂੰ ਜਿਹੜੇ ਹੈਗੇ ਇਹ ਸ਼ਬਦ ਜਿਹੜੇ ਹੈਗੇ ਸੁਣਾ ਕੇ ਤੈਨੂੰ ਦੱਸ ਦਿੱਤੇ ਆ, ਇਹ ਗੀਤਾਂ ਦੇ ਦੁਆਰਾ। ਤੇ 52 ਅੱਖਰ ਜੋਰੇ ਆਨ, ਕਹਿੰਦੇ 52 ਅੱਖਰਾਂ ਤੋਂ ਗਿਆਨ ਦਿੱਤਾ ਜੋੜ ਜੋੜ ਕੇ ਮੈਂ ਤੈਨੂੰ। ਸਕਿਆ ਨਾ ਅੱਖਰ ਇੱਕ ਪਛਾਣ, ਇੱਕ ਅੱਖਰ ਨੂੰ ਪਛਾਣ ਕਰਨ ਵਾਸਤੇ ਦਿੱਤਾ ਸੀਗਾ, ਤੂੰ ਫਿਰ ਵੀ ਉਹ ਅੱਖਰ ਨਹੀਂ ਪੜਿਆ। ਸਤ ਕਾ ਸ਼ਬਦ ਕਬੀਰਾ ਕਹੇ, ਮੈਂ ਤਾਂ ਭਾਈ ਉਹ ਸਤ ਦਾ ਸ਼ਬਦ ਕਹਿ ਰਿਹਾ ਹਾਂ। ਉਹ ਸ਼ਬਦ ਜਿਹੜਾ ਹੈਗਾ ਅੰਦਰ ਜਿਹੜਾ ਹੈਗਾ ਆਪਣੇ ਆਪ ਪ੍ਰਗਟ ਹੋਣਾ ਹੈ, ਉਹ ਸ਼ਬਦ, ਉਹਦੀ ਗੱਲ ਕਰ ਰਿਹਾ ਹਾਂ ਮੈਂ। ਸਤ ਕਾ ਸ਼ਬਦ, ਉਹ ਸਤ ਦਾ ਸ਼ਬਦ ਹੈਗਾ। ਸਤ ਕਾ ਸ਼ਬਦ ਕਬੀਰਾ ਕਹੇ, ਪੰਡਤ ਹੋਏ ਸੋ ਅਨਪੈ ਰਹੈ। ਜਿਹੜਾ ਗਿਆਨੀ ਹੈਗਾ ਕਹਿੰਦੇ ਉਹ ਜਿਹੜਾ ਅਨਭਵ ਕਰੇਗਾ ਇਸ ਚੀਜ਼ ਨੂੰ, ਉਹ ਅੰਦਰ ਆਪਣੇ ਅਨਭਵ ਕਰ ਲਏਗਾ। ਅਨਪੈ ਰਹੈ, ਉਹਨੂੰ ਕੋਈ ਡਰ ਨਹੀਂ ਰਹੇਗਾ ਔਰ ਅੰਦਰ ਪ੍ਰਗਟ ਹੋ ਜਾਏਗਾ ਉਹਦੇ ਉਹ ਸ਼ਬਦ।
पंडित लोगों को व्यवहार, ज्ञानवंत को तत्व विचार। कहते पंडित लोकी जिहड़े हैगे वो पंडिताई जिहड़ी हैगी लोकां ते लोकां नूं जिहड़ा हैगा शिक्षा देनी, लोकां ते प्रभाव पाना, ये वाद विवाद जिहड़ा हैगा ये पंडितगिरी जिहड़ी हैगी ये लोकां दे वास्ते है। लोकी इहनूं यही करी जांदे, ज्ञान दा काम, ज्ञान तो यही काम लैंदे आ। ज्ञानवंत को तत्व विचार। कहते जिहड़ा असली ज्ञानी हैगा उन तत्व वस्तु चाहिए, उन्हें तत्व वस्तु फड़ लेनी है भाई, आ है तत्व वस्तु, आ काम करने वाला हैगा। जाके जी जैसी बुद्ध होई कह कबीर जानेगा सोई। कहते भाई हुण इस तो उपर मैं कुछ नहीं कह सकता। कहते जिहदे ਜਿਹੀ जी बुद्धि हैगी जिहदी इंसान दी ते ਉਹੀ जी ਉਹਨੇ ਜਿਹੜਾ है जाके जी जैसी बुद्ध होई कह कबीर जानेगा सोई। ਉਹੀ ਜਿਹੜਾ ਹੈਗਾ इस चीज़ ਨੂੰ ਜਾਣੂਗਾ ਭਾਈ। ਜਿਹੜੀ ਜਿਹਦੇ ਅੰਦਰ ਵਿਵੇਕ बुद्धि होएगी, गुरु की मत होएगी, लै लेगा तो जान लेगा, ये अखर प्रगट हो जाएगा। ध्यान सिमरन के द्वारा जिहड़ा हैगा ਉਹਦੀ सुरत आत्मा ਦੇ ਵਿੱਚ लीन हो जाएगी। जाके जी जैसी बुद्ध होई कह कबीर जानेगा सोई। ਉਹੀ ਜਾਣੂਗਾ। मैं तो कहते कबीर जी कहते मैं तो अपनी कोशिश करके देख ली है, कोशिश सारा अपने सारा कुछ जिहड़ा हैगा मैं तो अपनी पूरी थी पूरी ही बाह लाती है कहते। हाँ जी भाई। अब ठीक है, कबीर जी कह रहे हैं कि जिद्दां दा तेरे अंदर ज्ञान है, तेरी जीवन की स्थिति भी निजर साहब उस तरह की बन जानी। बिल्कुल। हुण जो ज्ञान ही अपने को नहीं है वधिया ते अपना जीवन कित्थों अच्छा होगा। ज्ञान का मतलब यो ही है कि थोड़ा जा दूर तक दे, थोड़ा जा कोई भी चीज आ ओनू ये ना सोच कि हुणे मैं खा ली ते बड़ी वधिया चीज आ, ਉਹਦਾ ਰਿਜ਼ਲਟ ਵੇਖ ਲੌਂਗ ਟਰਮ 5-10 ਸਾਲ 20 ਸਾਲ ਅੱਗੇ ਤੱਕ ਸੋਚ ਕੇ ਜੋ ਮੈਂ ਕਰ ਰਿਹਾ ਇਹ ਕਿੰਨੀ ਕੁ ਵਧੀਆ ਚੀਜ਼ ਹੈ, ਔਰ ਜੋ ਮੈਂ ਕਰ ਰਿਹਾ ਲੋਕੀ ਵੀ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਕੀ ਹੋਇਆ। ਇਹਨਾਂ ਤੇ ਆਪਾਂ ਸੋਚ ਸਕਦੇ ਹਾਂ ਨਾ ਕਿ ਇਹ ਜਿਹੜਾ ਮੈਂ ਕੰਮ ਕਰ ਰਿਹਾ ਇਹ ਤੇ ਨਹੀਂ ਕਿ ਮੈਂ ਕੁਝ ਸਪੈਸ਼ਲ ਆ ਜਿਹੜਾ ਮੈਂ ਹੀ ਕਰ ਰਿਹਾ, ਬਾਕੀ ਦੁਨੀਆ ਨੇ ਬਥੇਰਿਆਂ ਨੇ ਕੀਤਾ ਸੀ, ਜੇ ਕੀਤਾ ਸੀ ਕਿਸੇ ਨੇ ਤੇ ਉਹਦੇ ਨਾਲ ਕੀ ਹੋਇਆ। ਇੱਥੋਂ ਹੁਣ ਥੋੜੀ ਸੇਧ ਮਿਲੂਗੀ। ਤੇ ਹੁਣ ਕਹਿੰਦੇ ਆ ਕਿ ਇਹ ਆ ਕਿਹੜਾ ਕਿ ਗਿਆਨਵਾਨ ਜਿਹੜਾ ਹੈਗੇ ਉਹ ਕੀ ਕਰਦੇ ਆ। ਹਾਂ, ਗਿਆਨਵੰਤ ਕੋ ਤਤ ਵਿਚਾਰ। ਗਿਆਨਵਾਨ ਜਿਹੜਾ ਹੈ ਤਤ ਵਸਤੂ ਲੈਂਦਾ ਹੈ, ਉਹ ਭੋਗ ਛੱਡ ਦਿੰਦਾ ਹੈ। ਆ ਗਿਆਨਵਾਨ ਦਾ ਮਤਲਬ ਨਿਜਰ ਸਾਹਿਬ ਸਾਧ ਸੰਗਤ ਜੀ, ਗਿਆਨ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਬੰਦਾ ਆਪਣਾ ਵਿਵੇਕ ਇਸਤੇਮਾਲ ਕਰਦਾ ਹੈ, ਐਵੇਂ ਅੱਖਾਂ ਬੰਦ ਕਰਕੇ ਨਹੀਂ ਕਿਸੇ ਮਗਰ ਤੁਰ ਪੈਂਦਾ, ਉਹ ਵਿਚਾਰ ਕਰਦਾ ਹੈ। ਉਹ ਕਹਿੰਦਾ ਵਾ ਕਿ ਜੋ ਵੀ ਅਗਲਾ ਬੰਦਾ ਕਹਿ ਰਿਹਾ ਉਹਦੇ ਚ ਕੋਈ ਸੱਚ ਹੈਗੀ ਆ, ਕੁਝ ਸਹੀ ਹੈਗੀ ਆ, ਸੱਤ ਹੈਗਾ। ਐਵੇਂ ਤੇ ਨਹੀਂ ਕਿ ਮਨ ਘੜ ਦੀਆਂ ਕਹਾਣੀਆਂ ਸੁਣਾਈ ਜਾਂਦਾ ਨਿਜਰ ਸਾਹਿਬ ਕੋਈ। ਬਿਲਕੁਲ ਤੱਤ ਵਸਤੂ ਹੈ ਕੁਛ ਉਹਦੇ ਵਿੱਚ। ਹਾਂ, ਇਸ ਲਈ ਕਹਿੰਦੇ ਆ ਕਿ ਕੋਈ ਵੀ ਆਪਾਂ ਚੀਜ਼ ਬਾਜ਼ਾਰੋਂ ਖਰੀਦਦੇ ਆ ਤਾਂ ਆਪਾਂ ਆਪਣੀ ਪੂਰੀ ਬੁੱਧੀ ਇਸਤੇਮਾਲ ਕਰਦੇ ਆ ਕਿ ਹਾਂ ਬਈ ਇਹ ਜੇ 100 ਰੁਪਏ ਦੀ ਟੀ-ਸ਼ਰਟ ਕਹਿਣ ਦਿਆ ਵਾ 200 ਦੀ 500 ਦੀ 1000 ਦੀ, ਇਹ ਸੱਚੀ ਇਸ ਕੀਮਤ ਦਾ ਕੱਪੜਾ ਹੈਗਾ। ਇਤਨੀ 1000 ਰੁਪਇਆ ਰੇਟ ਹੀ ਲਿਖੀ ਜਾਂਦਾ ਤੇ ਕੱਪੜਾ 100 ਰੁਪਏ ਦਾ ਹੋਵੇ। ਇਸ ਲਈ ਉੱਥੇ ਤੱਤ ਵਿਚਾਰਨ ਦਾ ਮਤਲਬ ਇਹੋ ਹੀ ਹੈ ਕਿ ਅਧਿਆਤਮਕ ਦੇ ਜੀਵਨ ਚ ਜਦੋਂ ਆਪਾਂ ਚੱਲਦੇ ਹਾਂ ਤੇ ਸਾਨੂੰ ਆਪਣੇ ਵਿਵੇਕ ਤੋਂ ਕੰਮ ਲੈਣਾ ਚਾਹੀਦਾ, ਐਵੇਂ ਨਹੀਂ ਕਿਸੇ ਦੇ ਪਿੱਛੇ ਲੱਗ ਜਾਣਾ ਚਾਹੀਦਾ। ਹਾਂਜੀ ਨਿਜਰ ਸਾਹਿਬ। जाके जी जैसी बुद्ध होई कह कबीर जानेगा सोई। जिहदी जेही जी बुद्धि होगी भाई, जे जा विवेक हो विवेक करूगा, जे जा ਉਹਦੇ ਉੱਤੇ ਸ਼ਰਧਾ ਹੋਏਗੀ ਉਹ ਉਹਨਾਂ ਕੋਲ ਜਿਹੜਾ ਹੈਗਾ ਜਾਣੇਗਾ ਇਸ ਰਸਤੇ ਨੂੰ। ਭਾਈ ਕਬੀਰ ਜੀ ਕਹਿੰਦੇ ਇਹ ਆਪਣੇ ਇਹ 52 ਅੱਖਰੀ ਜਿਹੜੀ ਹੈਗੀ ਹੋ ਗਈ ਪੂਰੀ। ਆ ਬਸ ਠੀਕ ਹੈ ਜੀ। ਉਹ ਕਹਿੰਦੇ ਆ ਕਿ ਜਿਹੜਾ ਬੰਦਾ ਵਿਵੇਕੀ ਹੋਊਗਾ, ਜਿਹੜਾ ਬੰਦਾ ਸੂਝਵਾਨ ਹੋਊਗਾ, ਗਿਆਨਵਾਨ ਹੋਊਗਾ, ਜਿਹੜਾ ਖੋਜੀ ਹੋਊਗਾ ਨਾ, ਤੇ ਉਹਦਾ ਜੀਵਨ ਵੀ ਉਤੋਂ ਦਾ ਹੀ ਹੋ ਜਾਣਾ ਵਾ। ਤੇ ਜਿਹੜੇ ਬੰਦੇ ਨੇ ਗਿਆਨ ਹੀ ਕੋਈ ਨਹੀਂ ਪ੍ਰਾਪਤ ਕੀਤਾ, ਅੱਖਾਂ ਬੰਦ ਕਰਕੇ ਐਸੇ ਬੰਦੇ ਲਾਗੇ ਬੈਠਾ ਹੈ, ਤੇ ਉਹਦਾ ਜੀਵਨ ਫਿਰ ਉਦਾਂ ਦਾ ਰਹਿ ਜਾਣਾ ਨਿਜਰ ਸਾਹਿਬ। ਬਿਲਕੁਲ। ਉਹ ਨਹੀਂ ਜੇ ਜੀਵਨ ਬਦਲਣਾ ਐਵੇਂ ਕਹਿ ਦਈਏ। ਉਹ ਕਹਿੰਦੇ ਕਿ ਜਿਹੜੇ ਬੰਦੇ ਦਾ ਜਿਹੜੀ ਜਿੱਦਾਂ ਦੀ ਉਹਦੀ ਬੁੱਧੀ ਆ, ਬੁੱਧੀ ਦਾ ਮਤਲਬ ਕੋਈ ਮਾਮੂਲੀ ਚੀਜ਼ ਨਹੀਂ ਆ, ਬੁੱਧੀ ਤੇ ਸਾਰਾ ਕੁਝ ਹੈ। ਬੁੱਧੀ ਆਪਾਂ ਵੇਖੀਏ, ਆਪਾਂ ਨੂੰ ਤੈਰਨਾ ਸਿੱਖਣ ਦੀ ਲੋੜ ਪੈਂਦੀ ਆ। ਕਿਸੇ ਜਾਨਵਰ ਨੂੰ ਪੁੱਛ ਲਓ, ਉਹਨੂੰ ਸਾਰੇ ਨੂੰ ਆਉਂਦਾ। ਤੁਸੀਂ ਸੁੱਟ ਦੋ ਕਿਸੇ ਜਾਨਵਰ ਨੂੰ ਪਾਣੀ ਚ, ਉਹਨੂੰ ਤੈਰਨਾ ਆਉਂਦਾ ਨਿਜਰ ਸਾਹਿਬ? ਬਿਲਕੁਲ ਆਉਂਦਾ ਹੈ। ਕਿ ਕੁਦਰਤ ਨੇ ਐਸਾ ਅਰੇਂਜਮੈਂਟ ਕੀਤਾ ਹੈ ਕਿ ਕੁਦਰਤ ਨੂੰ ਪਤਾ ਹੈ ਕਿ ਤੁਸੀਂ ਸਿਖਾਉਣਾ ਕਿਹਨੇ। ਇਨਸਾਨ ਨੂੰ ਨਹੀਂ ਆਉਂਦਾ, ਬਸ ਇਨਸਾਨ ਨੂੰ ਨਹੀਂ ਆਉਂਦਾ, ਬਸ ਉਹਨੂੰ ਸਿਖਾਉਣਾ ਪੈਂਦਾ।
ਹਾਂ, ਇਨਸਾਨ ਦੇ ਬੱਚੇ ਨੂੰ ਨਿੱਜਰ ਸਾਹਿਬ ਸਿਖਾਉਣਾ ਪੈਂਦਾ, ਇਨਸਾਨ ਦੇ ਬੱਚੇ ਨੂੰ ਤੁਰਨਾ ਸਿਖਾਉਣਾ ਪੈਂਦਾ ਵਾ, ਉਹਨੂੰ ਬੋਲਣਾ ਸਿਖਾਉਣਾ ਪੈਂਦਾ ਵਾ, ਸਾਰੇ ਕੰਮ ਸਿਖਾਉਣੇ ਪੈਂਦੇ ਆ। ਤੇ ਇਸ ਕਰਕੇ ਬਾਣੀ ਦੇ ਵਿੱਚ ਇਹ ਚੀਜ਼ ਸਮਝਾਈ ਗਈ ਆ ਕਿ ਜਿੱਦਾਂ ਦੀ ਆਪਣੀ ਬੁੱਧੀ ਹੈ ਨਾ, ਸਾਡਾ ਜੀਵਨ ਨਿੱਜਰ ਸਾਹਿਬ ਉਦਾਂ ਦਾ ਹੀ ਹੋ ਜਾਣਾ। ਜੇ ਸਧਾਰਨ ਬੁੱਧੀ ਹੈ ਤੇ ਸਧਾਰਨ ਜੀਵਨ ਹੋ ਜਾਊਗਾ, ਜੇ ਵਿਵੇਕ ਵੱਧਦਾ ਗਿਆ ਤੇ ਸਾਡੇ ਜੀਵਨ ਦੇ ਵਿੱਚ ਨਿੱਜਰ ਸਾਹਿਬ ਉਚਾਈ ਆਉਣੀ। ਬੁੱਧੀ ਦਾ ਇਹੀ ਕੰਮ ਆ, ਕਿਉਂਕਿ ਬੁੱਧੀ ਨੇ ਤੁਹਾਨੂੰ ਦੂਰ ਤੱਕ ਦੱਸਣਾ। ਬਿਲਕੁਲ, ਬੁੱਧੀ ਨੇ ਸੱਚ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ ਆ ਕਿ ਜੋ ਅਸਲੀਅਤ ਹੈਗੀ ਆ। ਹੁਣ ਅਗਲਾ ਬੰਦਾ ਵਾ ਤੁਹਾਨੂੰ ਕੋਈ ਨਕਲੀ ਚੀਜ਼ ਦੇਣ ਦਿਆ ਤੇ ਬੁੱਧੀ ਨੇ 1 ਮਿੰਟ ਚ ਦੱਸਣਾ ਕਿ ਇਹ ਜਿਹੜਾ ਚਰਨਜੀਤ ਲੈ ਕੇ ਆਇਆ ਨਾ, ਤੈਨੂੰ ਦੁੱਧ ਕਹਿੰਦੇ ਦੁੱਧ ਬੜਾ ਵਧੀਆ, ਦੁੱਧ ਤੇ ਸਹੀ ਨਹੀਂ ਹੈ, ਨਕਲੀ ਦੁੱਧ ਆ। ਨਿੱਜਰ ਸਾਹਿਬ ਬਿਲਕੁਲ ਸਹੀ ਗੱਲ ਹੈ। ਬੁੱਧੀ ਨੇ ਤੁਹਾਡੀ ਨੇ ਦੱਸਣਾ ਹੈ ਕਿ ਇਹ ਜਿਹੜੀ ਚੀਜ਼ ਵੇਚਣ ਦੇ ਤੇ ਮਕਾਨ ਬੜਾ ਪੁਰਾਣਾ ਵਾ, ਰੰਗ ਹੀ ਮਾਰਿਆ ਤੇ। ਬਿਲਕੁਲ ਸਹੀ ਗੱਲ ਹੈ। ਇੱਕ ਠੱਗ ਬੰਦਾ ਹੈ, ਇਹ ਨਵੇਂ ਬੂਹੇ ਲਾ ਕੇ ਤੇ ਬੇਵਕੂਫ ਬਣਾਉਂਦੇ ਆ। ਇਹ ਤੇ ਬਿਲਡਿੰਗ 30 ਸਾਲ ਪੁਰਾਣੀ ਹੈ, ਇਹ ਤੇ ਬਿਲਡਿੰਗ ਡਿੱਗਣ ਵਾਲੀ ਹੈ, ਨਵਾਂ ਰੰਗ ਕੀਤਾ ਹੋਇਆ। ਇਹ ਕਿੰਨੇ ਗਿਆਨ ਕਰਾਉਣਾ? ਤੁਹਾਡੀ ਬੁੱਧੀ ਨੇ। ਹੁਣ ਆਪਾਂ ਬਾਜ਼ਾਰ 'ਚ ਕੋਈ ਚੀਜ਼ ਖਾਣ ਜਾਂਦੇ ਆ, ਹੁਣ ਕਬੀਰ ਜੀ ਨੇ ਕਿਉਂ ਆਪਾਂ ਨੂੰ ਬੁੱਧੀ ਤੇ ਗੱਲ ਲਿਆ ਕੇ ਟਕਾ ਦਿੱਤੀ ਕਿ ਬੁੱਧੀ ਤੇ ਸਾਰਾ ਕੁਝ ਹੈਗਾ। ਬਿਲਕੁਲ ਸਹੀ ਗੱਲ ਹੈ। ਔਰ ਬੁੱਧੀ ਤੇ ਆਪਾਂ ਮੰਡੀ ਜਾਂਦੇ ਆ, ਨਿੱਜਰ ਸਾਹਿਬ ਉੱਥੇ ਸਬਜ਼ੀ ਵੇਚਦੇ ਹੋ, ਉਹ ਕਹਿੰਦੇ ਭਾਈ ਆ ਸਬਜ਼ੀ ਬਹੁਤ ਵਧੀਆ। ਉਹ ਕਹਿੰਦੇ, ਆਪਾਂ ਉਹਨੂੰ ਕਹਿੰਦੇ ਆ ਕਿ ਭਰਾਵਾ ਸਾਨੂੰ ਪਤਾ ਵਧੀਆ ਵਾ, ਆਹ ਵੇਖ ਕਿਲੋ ਇਹਦੇ ਚ ਸੁੰਡੇ ਪਏ ਆ, ਕਿਲੋ ਟੁੱਟੀ ਭੱਜੀ ਸਬਜ਼ੀ, ਨਾ ਤੇਰਾ ਰੰਗ, ਕਿੰਨੀ ਬਾਸੀ ਆ, ਪੁਰਾਣੀ ਆ। ਇਹ ਸਾਨੂੰ ਕਿੰਨੇ ਗਿਆਨ ਕਰਾਉਣਾ? ਬੁੱਧੀ ਨੇ। ਬਿਲਕੁਲ ਸਹੀ ਗੱਲ ਆ। ਇਹ ਆਪਾਂ ਕੋਈ ਚੀਜ਼ ਥੋੜੀ, ਹੁਣ ਕੋਈ ਪੁਰਾਣੀ ਜਿਹੀ ਚੀਜ਼ ਸੜੀ ਜੀ ਕਾਰ ਸਾਨੂੰ ਵੇਚਦੇ ਵੀ ਇੰਨੇ ਪੈਸੇ ਲੱਖ ਦੇ ਦੋ, ਆਪਾਂ ਨੂੰ ਪਤਾ ਬੁੱਧੀ ਦੇ ਆਧਾਰ ਤੇ ਕਿ ਇਹ ਮਾਡਲ ਬਹੁਤ ਪੁਰਾਣਾ ਹੈ, ਇਹਦੇ ਸਪੇਅਰ ਪਾਰਟ ਹੀ ਨਹੀਂ ਮਿਲਦੇ ਮਾਰਕੀਟ ਚੋਂ। ਉਹ ਮੁੜ ਕੇ ਬਾਅਦ ਮੈਂ ਲੈ ਲਈ ਤੇ ਗਲੋਂ ਲੈਣੀ ਨਹੀਂ ਆ, ਉਦੋਂ ਆਪਾਂ ਬੁੱਧੀ ਵਰਤਦੇ ਆ। ਤੇ ਪਰ ਜਿੱਥੇ ਆਪਾਂ ਬੁੱਧੀ ਨਹੀਂ ਵਰਤੀ, ਆਪਾਂ ਉੱਥੇ ਪਛਤਾਵਾਂਗੇ ਨਿੱਜਰ ਸਾਹਿਬ। ਬਿਲਕੁਲ। ਆ ਸੰਸਾਰਿਕ ਤੌਰ ਤੇ ਵੀ ਜਿੱਥੇ ਆਪਾਂ ਬੁੱਧੀ ਨਹੀਂ ਨਾ ਵਰਤਦੇ, ਜਿੱਥੇ ਆਪਾਂ ਅੰਧ ਵਿਸ਼ਵਾਸ ਕਰਦੇ ਆ ਕਿ ਇਹ ਬਹੁਤ ਮੇਰੇ ਖਾਸ ਨੇ, ਤੇ ਉੱਥੇ ਇੱਕ ਸਮਾਂ ਆਊਗਾ ਸਾਨੂੰ ਪਛਤਾਉਣਾ ਪਊਗਾ, ਕਿਉਂਕਿ ਉਸ ਚੀਜ਼ ਦਾ ਆਪਾਂ ਇਸਤੇਮਾਲ ਨਹੀਂ ਕੀਤਾ ਜਿੰਨੇ ਉਸ ਚੀਜ਼ ਤੋਂ ਸਾਨੂੰ ਨੁਕਸਾਨ ਤੋਂ ਬਚਾਉਣਾ ਸੀ। ਹੁਣ ਤੁਸੀਂ ਬੁੱਧੀ ਦੇ ਬਿਨਾਂ ਤੁਸੀਂ ਮਾਰਕੀਟ 'ਚ ਪੈਸੇ ਲਾ ਦਿਓ, ਕੋਈ ਐਸੀ ਚੀਜ਼ ਖਰੀਦ ਲਓ ਜਿਹਦੀ ਕੋਈ ਕੀਮਤ ਨਹੀਂ ਹੈਗੀ, ਤੇ ਨੁਕਸਾਨ ਕਿਹਦਾ? ਬਿਲਕੁਲ ਵੇਚਣ ਵਾਲੇ ਦਾ, ਤੁਹਾਡਾ। ਸਹੀ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਅਗਲਾ ਕਹਿ ਦੇ ਕਿ ਇੱਥੇ ਬੜੀਆਂ ਬਿਲਡਿੰਗਾਂ ਪੈਣੀਆਂ ਤੇ ਇੱਕ ਜੰਗਲ 'ਚ ਜੇ ਤੁਹਾਨੂੰ ਜਗ੍ਹਾ ਦੇ ਦੇ, ਉੱਥੇ ਤੁਸੀਂ ਖਰੀਦ ਕੇ ਲੈ ਕੇ ਬਹਿ ਜਾਓ ਵੀ ਬੜਾ ਵਧੀਆ ਕੰਮ ਕੀਤਾ, ਇੱਥੇ ਬਿਲਡਿੰਗਾਂ ਪੈਣੀਆਂ। ਅਗਲੇ ਨੇ ਤੇ ਤੁਹਾਨੂੰ ਓਦਾਂ ਹੀ ਝੂਠ ਬੋਲਤਾ ਸੀ, ਲੋਲੀਪੌਪ ਦੇਤਾ ਸੀ ਤੁਹਾਨੂੰ, ਵਿਕਣੀ ਵੀ ਨਹੀਂ ਆ ਉਹ, ਪਰ ਉਹ ਨਹੀਂ ਵਿਕਣੀ ਦੇਣੀ ਜਾਂਦਾ, ਤੇ ਪੈਸੇ ਸਟੱਕ ਹੋਏ ਨੇ ਆਪਣੇ। ਤੇ ਜੇ ਆਪਾਂ ਨੂੰ ਕੋਈ ਨਕਲੀ ਜ਼ਮੀਨ ਵੇਚ ਸਕਦਾ, ਨਕਲੀ ਕਾਰ ਵੇਚ ਸਕਦਾ, ਤੇ ਧਰਮ ਨਹੀਂ ਆਪਾਂ ਨੂੰ ਕੋਈ ਨਕਲੀ ਵੇਚੂਗਾ? ਦੱਸੋ ਮੈਨੂੰ। ਬਿਲਕੁਲ ਸਹੀ ਗੱਲ ਹੈ। ਉਹ ਤੇ ਕਹਿੰਦੇ ਲੋਕੀ ਸ਼ਬਦ ਵੇਚ ਦਿੰਦੇ ਆ, ਪਰਮਾਤਮਾ ਦਾ ਨਾਂ ਵੇਚ ਦਿੰਦੇ ਆ। ਫਿਰ ਆਪਾਂ ਉੱਥੇ ਕਿਉਂ ਨਹੀਂ ਸੋਚਦੇ? ਕਬੀਰ ਜੀ ਕਹਿੰਦੇ ਮੇਰੇ ਤੇ ਵਿਸ਼ਵਾਸ ਕਰ ਲਓ। ਉਹ ਕਹਿੰਦੇ ਆਪਣੀ ਬੁੱਧੀ ਤੇ ਵਿਸ਼ਵਾਸ ਕਰ, ਤੇਰੇ ਕੋਲ ਹੈਗੀ ਆ ਬੁੱਧੀ, ਉਹਦੀ ਵਰਤੋਂ ਉਦੋਂ ਕਿਦੋਂ ਕਰਨੀ ਹੋ? ਉਹ ਕਹਿੰਦੇ ਆ, ਕਬੀਰ ਜੀ ਆਪਾਂ ਨੂੰ ਸਿੱਧੀ ਜੀ ਗੱਲ ਸਮਝਾ ਰਹੇ ਆ। ਉਹ ਕਹਿੰਦੇ ਤੂੰ 10-20 ਰੁਪਏ ਕਿਲੋ ਦੀ ਸਬਜ਼ੀ ਖਰੀਦਦਾ, ਤੈਨੂੰ ਸਾਰਾ ਪਤਾ। ਇੱਕ 50 ਰੁਪਏ ਦੀਆਂ 17 ਦੀਆਂ ਚੱਪਲਾਂ ਖਰੀਦੀਆਂ, ਤੈਨੂੰ ਸਾਰਾ ਪਤਾ ਪਿਓ ਦੇ ਪੁੱਤਾ। ਤੇ ਧਰਮ ਦੇ ਮੈਟਰ ਤੇ ਜਿੱਥੇ ਤੇਰਾ ਜੀਵਨ ਦਾ ਸਭ ਤੋਂ ਮਹਿੰਗਾ ਕੰਮ ਆ, ਉੱਥੇ ਬੁੱਧੀ ਆਪਣੇ ਘਰੇ ਛੱਡ ਆਉਣਾ। ਬਿਲਕੁਲ ਸਹੀ ਗੱਲ ਹੈ। ਇਹ ਕਿੰਨੇ ਵਿਚਾਰ ਕਰਨਾ ਹੈ? ਕਬੀਰ ਜੀ ਇਹ ਕਹਿੰਦੇ ਤੂੰ ਲੱਕੜ ਖਰੀਦਣ ਜਾਣਾ ਬਾਜ਼ਾਰ, ਤੈਨੂੰ ਸਭ ਪਤਾ ਹੈ ਇਹ ਰਿਸ਼ਤੀਰੀ ਇੱਥੇ 5000 ਦੀ ਮਿਲਦੀ ਆ, ਦੂਜੀ ਦੁਕਾਨ ਤੇ 3500 ਦੀ ਮਿਲਦੀ ਆ। ਤੈਨੂੰ ਇਹ ਵੀ ਪਤਾ ਕਿ ਇੱਕ ਸਟੀਰੀ ਚੋਂ ਕਿੰਨੇ ਬੂਹੇ ਬਣਨੇ ਆ, ਕਿੰਨੇ ਦੀ ਲੱਕੜ ਲੱਗਣੀ, ਹਰ ਚੀਜ਼ ਦਾ ਪਤਾ ਹੈ। ਤੇ ਜਦੋਂ ਧਰਮ ਦਾ ਮਸਲਾ ਆਉਂਦਾ ਹੈ, ਜੀਵਨ ਨੂੰ ਚੁੱਕਣ ਦਾ ਮਸਲਾ ਆਉਂਦਾ ਹੈ ਕਿ ਮੈਂ ਕੋਈ ਮਾੜਾ ਕੰਮ ਨਹੀਂ ਕਰਨਾ, ਮੈਂ ਤੇ ਪਰਮਾਤਮਾ ਦੇ ਨਾਲ ਮਿਲਣ ਕਰਨਾ ਹੈ ਔਰ ਮੈਂ ਆਪਣੇ ਜੀਵਨ 'ਚ ਧਰਮ ਲੈ ਕੇ ਆਉਣਾ ਹੈ, ਉਦੋਂ ਬੁੱਧੀ ਤੈਨੂੰ ਰੌਲਾ ਪਾਉਂਦੀ ਹੈ, ਤੂੰ ਬੁੱਧੀ ਦੀ ਸੁਣਦਾ ਹੀ ਨਹੀਂ। ਉਦੋਂ ਤੂੰ ਮਨ ਦੀ ਸੁਣੀ ਜਾਂਦਾ। ਬੁੱਧੀ ਵਿਚਾਰੀ ਰੌਲਾ ਪਾਉਂਦੀ ਰਹਿੰਦੀ ਆ ਬਈ ਇਹ ਕੰਮ ਨਾ ਕਰ, ਤੇਰੀ ਇੱਜ਼ਤ ਖਰਾਬ ਹੋ ਜਾਊਗੀ। ਇਹ ਜਿਹੜੀ ਔਰਤ ਦੇ ਨਾਲ ਤੂੰ ਘੁੰਮ ਰਿਹਾ, ਜਿਹੜੇ ਮਰਦ ਨਾਲ ਤੂੰ ਘੁੰਮ ਰਹੀ ਹੈ, ਇਹ ਬੰਦਾ ਤੇ ਬਦਨਾਮ ਬੜਾ, ਪਰ ਤੂੰ ਆਪਣਾ ਘਰ-ਬਾਰ ਵੇਖ। ਪਰ ਉਦੋਂ ਭਵੇਂਦੇ ਨਹੀਂ ਆਪਾਂ। ਬੁੱਧੀ ਤੇ ਰੌਲਾ ਪਾਉਂਦੀ ਹੈ। ਬੁੱਧੀ ਕਹਿੰਦੀ ਹੈ ਇਹ ਚੋਰੀ ਹੋ, ਇਹ ਰਿਸ਼ਵਤ ਦੇ ਪੈਸੇ ਚੱਕ ਰਿਹਾ ਨਾ, ਤੇਰੀ ਨੌਕਰੀ ਚੱਲ ਜਾਣੀ ਹੋ, ਨਾ ਤਲਾ।
ਤੇ ਪਤਾ ਹੀ ਉਦੋਂ ਲੱਗਦਾ ਜਦੋਂ ਅਗਲੇ ਨੇ ਜਿੱਥੋਂ ਲਾਲ ਨੋਟ ਹੱਥ 'ਚ ਫੜਾ ਦਿੰਦੇ ਆ, ਲਿਆਓ ਜੀ ਆਓ ਜਨਾਬ, ਤੁਹਾਡੀ ਚੰਗੀ ਜਗ੍ਹਾ 'ਚ ਤੁਹਾਡੀ ਸੇਵਾ ਪਾਣੀ ਕਰਾਂਗੇ, ਤੇ ਆਓ ਚੱਲੀਏ, ਤੁਹਾਡੀ ਜੇਲ੍ਹ ਇੰਤਜ਼ਾਰ ਕਰ ਰਹੀ ਆ। ਬਿਲਕੁਲ। ਫਿਰ ਬੁੱਧੀ ਕਹਿੰਦੀ ਆ ਕਿ ਮੈਂ ਤੇ ਬੜਾ ਤੈਨੂੰ ਸਮਝਾਇਆ ਸੀ ਪਰ ਤੂੰ ਸੁਣੀ ਨਹੀਂ, ਕਿਉਂਕਿ ਉਹਦੇ ਤੇਰੀਆਂ ਅੱਖਾਂ ਤੇ ਲੋਭ ਆ ਗਿਆ, ਤੈਨੂੰ ਨਹੀਂ ਦਿਖਣਾ। ਬੁੱਧੀ ਸਾਡਾ ਦੋਸਤ ਹੈ, ਕਬੀਰ ਜੀ ਐਵੇਂ ਨਹੀਂ ਥੱਲੇ ਲੈ ਕੇ। ਆਖਰੀ ਦੇ ਵਿੱਚ ਦੇਖ ਲਓ ਗੁਰਖੀਰ ਸਾਹਿਬ 52 ਅੱਖਰੀ ਦੇ ਆਖਰੀ ਦੇ ਵਿੱਚ ਬੁੱਧੀ ਦੀ ਗੱਲ ਕਰਕੇ ਕਬੀਰ ਜੀ ਨੇ ਕਲੋਜ਼ ਕੀਤੀ ਹੈ। ਬੁੱਧੀ ਤੋਂ ਬਿਨਾਂ ਨਿੱਜ ਸਭ ਕੁਛ ਵੀ ਨਹੀਂ ਹੋ ਸਕਦਾ। ਆਹ ਦੇਖ ਲਓ, ਤੇ ਆਪਾਂ ਬੁੱਧੀ ਨੂੰ ਕੋਈ ਸਮਝਦੇ ਹੀ ਨਹੀਂ। ਆਪਾਂ ਕਹਿੰਦੇ ਆ ਕਿ ਮਨ ਹੀ ਆ ਸਾਡਾ ਸਾਰਾ ਮਾਸਟਰ, ਪਰ ਮਨ ਤੇ ਬੇਵਕੂਫ ਹੈ। ਉਹ ਤੇ ਬਾਣੀ ਕਿਹਾ ਵਾ ਕਿ ਇਹ ਤੇ ਛੋਟਾ ਬੱਚਾ ਵਾ, ਜੇ ਇੱਕ ਦੋ ਸਹੀਆਂ ਸਹੀ ਕਰਦਾ ਵੀ ਹੈ ਤੇ ਫਿਰ ਪਤਾ ਨਹੀਂ ਕਿਹੜੀਆਂ ਕੀ ਕਰਦਾ ਹੈ। ਬਸ ਉਹਨੇ ਉੱਥੇ ਲਿਜਾ ਕੇ ਸੁੱਟਣਾ ਹੈ ਤੈਨੂੰ, ਜਿੱਥੋਂ ਨਿਕਲ ਨਹੀਂ ਸਕਣਾ। ਹਾਂ, ਕਿਉਂਕਿ ਮਨ ਜਿਹੜਾ ਹੈਗਾ ਉਹ ਤੁਹਾਡੇ ਚਿੱਤ ਚੋਂ ਪ੍ਰਗਟ ਹੋ ਰਿਹਾ, ਔਰ ਉਹ ਦੇਖ ਰਿਹਾ ਭੋਗਾਂ ਨੂੰ, ਵਿਸ਼ੇ ਵਿਕਾਰਾਂ ਨੂੰ। ਤੇ ਬੁੱਧੀ ਜਿਹੜੀ ਉਹ ਵਿਵੇਕ ਆ। ਬੁੱਧੀ ਜਿਹੜੀ ਫੈਸਲਾ ਲਊਗੀ ਨਾ, ਟਾਈਮ ਚਾਹੀਦਾ ਉਹਨੂੰ। ਬੁੱਧੀ ਐਵੇਂ ਥੋੜੀ ਫੈਸਲਾ ਕਰਦੀ ਆ। ਤੁਸੀਂ ਬੁੱਧੀ ਵੇਖਣੀ, ਬੁੱਧੀ ਕਿੱਥੇ ਪ੍ਰਗਟ ਹੁੰਦੀ ਹੈ। ਤੁਸੀਂ ਏਦਾਂ ਸੋਚੋ ਕਿ ਉਹ ਫਲਾਣੇ ਬੰਦੇ ਨੂੰ ਪੈਸੇ ਦੇਣੇ ਆ, ਫਿਰ ਬੁੱਧੀ ਨੂੰ ਵੇਖੋ ਕਿੱਦਾਂ ਕਰਦੀ। ਬੁੱਧੀ ਕਹੂਗੀ ਉਹ ਪੈਸੇ ਦੇਣੇ 50,000 ਰੁਪਏ, ਉਹ ਤੇ ਠੱਗ ਹੈਗਾ, ਕੰਮ ਨਹੀਂ ਕਰਦਾ, ਵਿਹਲੜ ਹੈਗਾ, ਉਹਨੇ 50,000 ਵਾਪਸ ਕਿੱਥੇ ਕਰਨਾ। ਔਰ ਉਸ ਤੋਂ ਬਾਅਦ ਜੇ ਤੂੰ 50,000 ਦੇ ਵੀ ਦਿੱਤਾ ਤੇ ਤੂੰ ਕੋਈ ਜ਼ਮੀਨ ਹੀ ਨਹੀਂ ਹੈਗੀ। ਇਹ ਸਾਡੀ ਇਹ ਸਲਾਹਾਂ ਜਿਹੜੀਆਂ ਦੇ ਰਹੀ ਹੈ ਬੁੱਧੀ ਦੇ ਰਹੀ ਆ। ਬਿਲਕੁਲ। ਔਰ ਤੈਨੂੰ ਵੀ ਪਤਾ ਹੈ, ਇਹ ਤੂੰ ਇਹਨੂੰ 50 ਦੇ ਰਿਹਾ ਨਾ, ਉਹਨੇ ਆਂਢੀਆਂ ਗੁਆਂਢੀਆਂ ਕੋ ਤੇਰੇ ਭਰਾਵਾਂ ਤੋਂ ਵੀ ਪੈਸੇ ਖੜੇ ਸੀ, ਉਹ ਵੀ ਨਹੀਂ ਵਾਪਸ ਕੀਤੇ, ਤੇ ਤੇਰੇ ਕਿੱਥੋਂ ਦੇ ਦੂਗਾ 50,000। ਇਹ ਸਾਰੀ ਬੁੱਧੀ। ਤੇ ਮਨ ਕੀ ਕਹੂਗਾ, ਉਹ ਨਹੀਂ ਆ ਜਾਣਗੇ, ਫਿਕਰ ਨਾ ਕਰ, ਅੱਲਾ ਸ਼ੇਰ ਜੀ ਦੇ ਦਿੱਤੇ। ਉਹ ਕਹਿੰਦੇ ਦੇਣਾ ਕੰਮ, ਦੇਣਾ ਤੇ ਦੇ ਦਿੰਦਾ ਬੰਦਾ, ਪਰ ਲੈਣਾ ਜਿਹੜਾ ਕੰਮ ਹੈ ਹਲੀਮੀ ਦਾ, ਮੁੜ ਕੇ ਲੜਾਈ ਪਾਓਗੇ ਉੱਥੇ ਜਾ ਕੇ। ਪਰ ਬੁੱਧੀ ਸਾਨੂੰ ਰੋਕਦੀ ਹੈ। ਬੁੱਧੀ ਕਹਿੰਦੀ ਹੈ ਕਿ ਉਹਨੇ ਕੋ ਥੋੜੇ ਜਿਹੇ ਦੇ ਦੇ, ਕੱਲ ਨੂੰ ਨਾ ਵੀ ਦਊਗਾ ਤੇ ਦਫਾ ਕਰੀ, ਕਮ ਤੇਰੀ ਲਾਜ ਤੇ ਰਹਿ ਜੂਗੀ। ਇਦਾਂ ਕਰ ਰੁਪਇਆ 5,000 ਦੇ ਦੇ। ਹੁਣ ਭੈਣ ਭਰਾ ਹੈਗੇ, ਰਿਸ਼ਤੇਦਾਰ ਹੈਗੇ ਆ, ਫਿਰ ਇਹ ਨਾ ਕਮੀ ਕਿ ਮਦਦ ਨਹੀਂ ਕੀਤੀ, ਥੋੜੇ ਦੇ ਦੇ, ਇਹ ਵਾਪਸ ਨਹੀਂ ਹੋਣੇ। ਪਰ ਬੁੱਧੀ ਸਭ ਤੋਂ ਕੰਮ ਦੀ ਚੀਜ਼ ਹੈ। ਆਪਾਂ ਬੁੱਧੀ ਤੋਂ ਇਸਤੇਮਾਲ ਕਰਨਾ ਹੈ, ਉਹਦੀ ਮਦਦ ਲੈਣੀ ਆ। ਔਰ ਧਰਮ ਦੇ ਮੈਟਰ 'ਚ ਕਬੀਰ ਜੀ ਲਿਖ ਕੇ ਗਏ ਨੇ ਆਪਣੇ ਲਈ ਕਿ ਬੁੱਧੀ ਤੋਂ ਬਿਨਾਂ ਕੋਈ ਕੰਮ ਨਾ ਕਰੇ, ਕਿ ਬੁੱਧੀ ਤੋਂ ਬਿਨਾਂ ਜਿਹੜਾ ਵੀ ਤੂੰ ਕਰਮ ਕਰੇਗਾ ਤੂੰ ਪਛਤਾਉਣਾ ਮੁੜ। ਬਿਲਕੁਲ। ਕਿਉਂਕਿ ਬੁੱਧੀ ਤੇਰਾ ਇੱਕ ਚੰਗਾ ਦੋਸਤ ਆ। ਬੁੱਧੀ ਤੇ ਸਾਨੂੰ ਬਚਾਉਣਾ ਚਾਹੁੰਦੀ ਹੈ। ਉਹ ਕਹਿੰਦੀ ਕਰਦਾ ਹੈਗੀ ਇਹ ਤੇ ਨਾ ਹੱਥ ਚਲਾ, ਸਬਜ਼ੀ ਵੱਢਣੀ ਹੈ ਨਾ, ਉਹ ਕਹਿੰਦੇ ਛੋਟੀ ਜਿਹੀ ਕਰਦ ਲਿਆ। ਬੁੱਧੀ ਤੁਹਾਨੂੰ ਇਹ ਕਹਿੰਦੀ ਹੈ ਵੱਡਾ ਇਹ ਦਾਤਰਾ ਲੈ ਕੇ ਚੱਲ ਜੀ। ਬੁੱਧੀ ਸਾਨੂੰ ਇਹ ਸਮਝਾਉਂਦੀ ਹੈ ਇੱਕ ਕੀੜੀ ਹੈ, ਉਹਨੂੰ ਉਹ ਛੋਟਾ ਜਿਹਾ ਜੀਵ ਹੈਗਾ, ਉਹਦੇ ਲਈ ਤੈਨੂੰ ਵੱਖਰੇ ਹਥਿਆਰ ਲੈ ਕੇ ਜਾਣਾ ਪਊਗਾ। ਹੁਣ ਟੈਂਕ ਥੋੜੀ ਤੇ ਲੈ ਕੇ ਆ ਜਾਣਾ ਉੱਥੇ। ਉਹ ਬੁੱਧੀ ਦਾ ਕੰਮ ਹੈ। ਬੁੱਧੀ ਸਾਨੂੰ ਪੂਰਾ ਸਮਝਾਉਂਦੀ ਹੈ, ਔਰ ਬੁੱਧੀ ਬੜੀ ਦੂਰ ਤੱਕ ਵੇਂਦੀ ਹੈ। ਆਪਣੀ ਸਿਹਤ ਖਰਾਬ ਹੋ ਜਾਣੀ ਹੈ, ਬੁੱਧੀ ਸਾਨੂੰ ਸਮਝਾਉਂਦੀ ਹੈ ਵੀ ਕਿ ਆਹ ਚੀਜ਼ਾਂ ਨਾ ਖਾ। ਆਪਾਂ ਖਾਣ ਦੀ ਕੋਸ਼ਿਸ਼ ਵੀ ਕਰਦੇ ਹਾਂ, ਮੂੰਹ 'ਚ ਪਾਣੀ ਆ ਜਾਂਦਾ, ਪਰ ਬੁੱਧੀ ਸਾਨੂੰ ਰੋਕਦੀ ਰਹਿੰਦੀ ਹੈ। ਉਹ ਹੱਥ ਆਪਣਾ ਫਰਿੱਜ ਲਿਜਾਂਦਾ, ਕਹਿੰਦੀ ਨਾ ਇਹ ਕੰਮ ਨਾ ਕਰ, ਪਰ ਆਪਾਂ ਬੁੱਧੀ ਦੀ ਸੁਣਦੇ ਹੀ ਨਹੀਂ। ਬੁੱਧੀ ਰੌਲਾ ਹੀ ਪਾਉਂਦੀ ਰਹਿੰਦੀ ਆ ਕਿ ਆਹ ਨਾ ਕਰੀ, ਇਹ ਕੰਮ ਨਾ ਕਰ, ਆਹ ਨਾ ਕਰ, ਪਰ ਆਪਾਂ ਸਾਰੀਆਂ ਗੱਲਾਂ ਕਰਦੇ ਆ ਜਿਹੜੀਆਂ ਚੀਜ਼ਾਂ ਕਰਨ ਤੋਂ ਸਾਨੂੰ ਬੁੱਧੀ ਰੋਕਦੀ ਹੈ। ਕਿਉਂਕਿ ਬੁੱਧੀ ਸਾਨੂੰ ਬਚਾਉਣਾ ਚਾਹੁੰਦੀ ਹੈ। ਉਹ ਸਾਡੀ ਆਤਮਾ ਦਾ ਬੋਧ ਹੈ। ਉਹ ਜੀ ਸਾਹਿਬ ਬਿਲਕੁਲ ਸਹੀ ਗੱਲ ਹੈ। ਉਹ ਸਾਡੀ ਆਤਮਾ ਦੀ ਆਵਾਜ਼ ਆ। ਜਿਹਨੂੰ ਤੁਸੀਂ ਉਹ ਬੁੱਧੀ ਕਿੱਥੋਂ ਆਉਣੀ ਹੈ ਤੁਹਾਡੇ 'ਚ? ਵਿਵੇਕ ਆਤਮਾ ਵਾ, ਉਹ ਤੁਹਾਨੂੰ ਰੋਕਦੀ ਆ, ਪਰ ਆਪਾਂ ਤੇ ਸੁਣਦੇ ਹੀ ਨਹੀਂ। ਨਿੱਕੀ ਜਿਹੀ ਆਵਾਜ਼ ਨਹੀਂ ਆਉਂਦੀ ਹੈ, ਬਿਲਕੁਲ ਤੇਰੇ ਪੈਸੇ ਨਹੀਂ, ਕਿੱਥੇ ਚੁੱਕ ਲਈ ਤੂੰ? ਇਹ ਚੁੱਕ ਲਈ, ਤੇਰੀ ਨਹੀਂ ਹੈਗੇ, ਤੂੰ ਲੈ ਕੇ ਘਰ ਆ ਜਾਓ। ਰੌਲਾ ਪੈ ਜਾਂਦੀ, ਬੜੇ ਫਟਕਾਰੇ ਪਾਉਂਦੀ ਸਾਡੇ ਮੂੰਹ ਤੇ। ਫਿਰ ਉਹ ਕਹਿੰਦੀ ਹੈ ਕਿ ਤੂੰ ਮਾੜਾ ਕਰਮ ਤੇ ਕਰ ਆਇਆ, ਦੇ ਹੁਣ ਜਵਾਬ। ਫਿਰ ਆਪ ਨੂੰ ਨੀਂਦ ਨਹੀਂ ਆਉਂਦੀ। ਆਪ ਜਸਟ ਵੇਖੋ, ਆਪ ਕੋਈ ਵੀ ਦੁਰਾਚਾਰੀ ਦਾ ਕੰਮ ਕਰਕੇ ਵੇਖੋ, ਮਾੜਾ ਕੰਮ ਕਿਸੇ ਨੇ ਨਹੀਂ ਵੇਖਿਆ ਤੁਹਾਨੂੰ, ਪਰ ਤੁਹਾਡੀ ਫਿੱਟੇ ਮੂੰਹ ਕਹਿੰਦੀ ਨਾ ਬੁੱਧੀ ਸਾਨੂੰ, ਬਿਲਕੁਲ ਇਹ ਕੰਮ ਗਲਤ ਕੀਤਾ। ਉਹ ਕਹਿੰਦੀ ਹੈ ਕਮ ਸੇ ਕਮ ਬੰਦੇ ਦਾ ਪੁੱਤ ਅਗਲੀ ਵਾਰੀ ਬਾਂਝੀ ਹੁਣ ਤੇ ਚੱਲ ਤੂੰ ਕਰ ਆਇਆ ਵਾ, ਗਾਂ ਨਾ ਕਰੀ।
ਪਰ ਆਪਾਂ ਬਾਰ-ਬਾਰ ਕਰਦੇ ਹਾਂ ਔਰ ਬੁੱਧੀ ਵੇਖ ਲਓ ਸਾਨੂੰ ਕਹਿਣੋਂ ਨਹੀਂ ਹਟਦੀ। ਬੁੱਧੀ ਸਾਨੂੰ ਇਹ ਕਹਿੰਦੀ ਯਾਰ ਰੁਪਇਆ 10,000 ਤੇਰੇ ਬੁੱਝ ਹੈਗਾ ਵਾ, ਧਿਆਨ ਨਾਲ ਵਰਤ, ਟਾਈਮ ਨਹੀਂ ਸਹੀ ਚੱਲਣ ਦਿਆ, ਕਰੋਨਾ ਵਾਇਰਸ ਦਾ ਟਾਈਮ ਹੈ, ਪੈਸੇ ਸਾਂਭ ਕੇ ਰੱਖ। ਤੇ ਆਪਾਂ ਮੈਂ ਚਿੜੀ ਜਾਂਦੇ ਆ ਕਿ ਲੋਕਾਂ ਨੂੰ ਟੌਰ ਬਣਾਉਣੀ ਹੈ ਜੀ, ਲੋਕੀ ਕਹਿਣ ਬਈ ਬੜਾ ਮੈਂ ਫੰਨੇ ਖਾ ਹੈਗਾ। ਬੁੱਧੀ ਕਹਿੰਦੀ ਹੈ ਤੂੰ ਫੰਨੇ ਖਾ ਤੇ ਬਣਿਆ ਫਿਰਦਾ ਵਾ, ਕੱਲ ਨੂੰ ਇਹ ਪੈਸੇ ਤੇ ਮੁੱਕ ਜਾਣੇ ਆ, ਹੋਰ ਕਿੱਥੋਂ ਆਉਣੇ। ਹੁਣ ਵੀ ਤੁਸੀਂ ਗਲਤ ਜਗ੍ਹਾ ਤੇ ਲੈ ਕੇ ਜਾਓ ਇਹਨੂੰ। ਕੋਈ ਠੱਗ ਜਾ ਬੰਦਾ ਬੈਠਾ ਹੋਊਗਾ ਨਾ, ਉਲਟੀਆਂ ਪੁਲਟੀਆਂ ਗੱਲਾਂ ਕਰਦਾ ਹੋਊਗਾ, ਬੁੱਧੀ ਕਹਿੰਦੀ ਹੈ ਇੱਕ ਬੰਦਾ ਠੱਗੂ ਹੈਗਾ ਹੀ, ਗੱਪਾਂ ਮਰੀ ਜਾਂਦੇ, ਪਰ ਆਪਾਂ ਬੁੱਧੀ ਦੀ ਸੁਣਦੇ ਹੀ ਨਹੀਂ। ਬੁੱਧੀ ਨੂੰ ਮੱਥਾ ਟਿਕਾਓ, ਇੱਥੇ ਪੱਥਰ ਦੀ ਮੂਰਤੀ ਬਣੀ ਹੈ ਤੇ ਬੁੱਧੀ ਕਹਿੰਦੀ ਹੈ ਤੇ ਪੱਥਰ ਦੀ ਮੂਰਤੀ ਹੈ, ਪਰ ਆਪਾਂ ਕਹਿੰਦੇ ਨਹੀਂ ਜੀ ਫਲਾਣੇ ਬਾਬੇ ਦੀ ਆ, ਫਲਾਣਾ ਸੰਤ ਬੜਾ ਪੂਜਾ ਜਿਹਦੀ ਚੱਲਦੀ ਸੀ। ਕਿਉਂਕਿ ਉਹ ਜਿਹੜੇ ਕੰਮ ਹੁੰਦੇ ਆਪਾਂ ਮਨ ਦੇ ਕਹਿਣ ਅਨੁਸਾਰ ਕਰਦੇ ਹਾਂ ਤੇ ਉੱਥੇ ਵਿਵੇਕ ਨਹੀਂ ਹੁੰਦਾ, ਉੱਥੇ ਕੇਵਲ ਅੰਧ ਵਿਸ਼ਵਾਸ ਹੁੰਦਾ ਹੈ। ਤੇ ਅੰਧ ਵਿਸ਼ਵਾਸ ਤੇ ਫਿਰ ਤੁਹਾਨੂੰ ਪਤਾ ਹੀ ਹੈ, ਅੱਖਾਂ ਬੰਦ ਕਰਕੇ ਤੇ ਆਪਾਂ ਨਿੱਜੇ ਸਾਹਿਬ 2 ਫੁੱਟ ਤੁਰ ਨਹੀਂ ਸਕਦੇ। ਬਿਲਕੁਲ ਨਹੀਂ ਤੁਰ ਸਕਦੇ। ਤੁਸੀਂ ਅੱਖਾਂ ਬੰਦ ਕਰਕੇ ਕੱਪੜੇ ਘਰੋਂ ਦੀ ਬਾਹਰ ਨਹੀਂ ਨਿਕਲ ਸਕਦੇ ਤੇ ਅੱਖਾਂ ਬੰਦ ਕਰਕੇ ਧਰਮ ਦੇ ਉੱਤੇ ਚੱਲਣਾ ਪੋਸੀਬਲ ਨਹੀਂ ਹੈਗਾ। ਬਿਲਕੁਲ, ਬਹੁਤ ਵਧੀਆ ਜੀ। ਹਾਂ, ਇਹ ਆਪਣੇ ਆਪ ਨੂੰ ਉਹ ਬੇਸ਼ੱਕ ਆਪਾਂ ਬੋਲੀ ਜਾਂਦੇ ਆ ਕਿ ਅਸੀਂ ਪ੍ਰਮਾਤਮਾ ਦੀ ਜ਼ਿੰਮੇਵਾਰੀ ਆ, ਕੋਈ ਪ੍ਰਮਾਤਮਾ ਦੀ ਜ਼ਿੰਮੇਵਾਰੀ ਨਹੀਂ ਹੈਗੀ। ਜੇ ਪ੍ਰਮਾਤਮਾ ਦੀ ਜ਼ਿੰਮੇਵਾਰੀ ਹੁੰਦੀ ਤਾਂ ਕਬੀਰ ਜੀ ਕਹਿੰਦੇ ਕਿ ਨਾ ਵਰਤੋ ਹੀ ਨਾ ਬੁੱਧੀ, ਬਹਿ ਜਾਓ ਚੁੱਪ ਕਰਕੇ ਜਿੱਥੇ ਬੈਠੇ। ਕੋਈ ਲੋੜ ਨਹੀਂ ਤੁਹਾਨੂੰ, ਤੁਸੀਂ ਬਸ ਪ੍ਰਮਾਤਮਾ ਦਾ ਨਾਮ ਲਓ, ਕਿੱਥੇ ਨਹੀਂ ਸੋਚਣ ਵਿਚਾਰਨ ਦੀ ਲੋੜ, ਕਿਸੇ ਬੁੱਧੀ ਬੱਧੀ ਦੀ ਕੋਈ ਲੋੜ ਨਹੀਂ, ਬਸ ਰੱਬ ਦਾ ਨਾਮ ਲਈ ਜਾਓ। ਉਹ ਕਹਿੰਦੇ ਬੁੱਧੀ ਤੋਂ ਬਿਨਾਂ ਨਾ ਕੰਮ ਕਰੀ, ਇਹੋ ਜੀ ਤੇਰੀ ਬੁੱਧੀ ਹੋ ਗਈ ਨਾ ਉਹੋ ਜਿਹਾ ਤੇਰਾ ਜੀਵਨ ਹੋ ਜਾਣਾ। ਕਹੋ ਜਾਕੇ ਜੀ ਜੈਸੀ बुद्ध होई कह कबीर जानेगा सोई, बस। ਹਾਂ, ਤੇ ਜੇ ਤੇਰੀ ਚੰਗੀ ਬੁੱਧੀ ਹੋਊਗੀ ਤੇ ਤੇਰਾ ਜੀਵਨ ਉੱਚਾ ਹੋ ਜਾਊਗਾ, ਤੇ ਜੇ ਤੇਰੀ ਬੁੱਧੀ ਚੋਰਾਂ ਵਾਲੀ ਹੋਈ, ਹੁਣ ਚੋਰਾਂ ਦੀ ਹੁਣ ਬੁੱਧੀ ਕਿੱਥੋਂ ਬਦਲਣੀ ਹੈ ਇਹ ਵੀ ਵੇਖ ਲਓ। ਬੁੱਧੀ ਨੂੰ ਪ੍ਰਗਟ ਕਰਨ ਦੇ ਲਈ ਤੁਹਾਨੂੰ ਸੰਗਤ ਚਾਹੀਦੀ, ਕਿਉਂਕਿ ਬੁੱਧੀ ਤੁਹਾਡੇ ਇੱਕ ਜੀਵਨ ਦਾ ਹਿੱਸਾ ਹੈ। ਤੇ ਜਿਵੇਂ ਜਿਵੇਂ ਤੁਸੀਂ ਸੰਗਤ ਕੀਤੀ ਵਿਵੇਕ ਪ੍ਰਗਟ ਹੋਣਾ, ਵਿਵੇਕ ਪ੍ਰਗਟ ਹੋਊਗਾ ਤੁਹਾਡੇ ਅੰਦਰ। ਜਿਹੜੀ ਨਾ ਹਾਈਟ ਤੇ ਬਰਾਬਰ ਦੀ ਹੋਵੇ ਨਾ, ਪਹਿਲਾਂ ਤੇ ਮਾੜਾ ਬੰਦਾ ਜਿਹੜਾ ਆਪੋਜੀਸ਼ਨ ਬਹੁਤ ਪਾਵਰਫੁਲ ਹੈ, ਬਿਲਕੁਲ, ਫਿਰ ਤੁਸੀਂ ਸਟਰੋਂਗ ਹੋਗੇ, ਤੁਹਾਡੇ ਅੰਦਰ ਇੱਕ ਸਮਰੱਥਾ ਹੋਗੀ। ਤੁਸੀਂ ਉਹ ਬਾਣੀ ਪੜ੍ਹੀ ਆ, ਬਾਣੀ ਦੇ ਵਿੱਚ ਗੁਰੂ ਕੀ ਸਾਨੂੰ ਸਮਝਾਉਂਦੇ ਆ, ਸਾਡੇ ਵਿਵੇਕ ਨੂੰ ਤਿੱਖਾ ਕਰਨ ਦੇ ਹੋ। ਬਿਲਕੁਲ, ਵਿਵੇਕ ਬੁੱਧੀ ਦੇ ਰਹੇ ਹੋ। ਆਓ ਕਹਿੰਦੇ ਵਿਵੇਕ ਲੈ ਜਾ, ਫਿਰ ਐਸੀ ਕਰਦੇ ਆ ਵਿਵੇਕ, ਫਿਰ ਹਰ ਇੱਕ ਅੰਧਕਾਰ ਨੂੰ ਕੱਟਦੀ ਹੋ। ਬਿਲਕੁਲ, ਕਿਉਂਕਿ ਹੁਣ ਇੱਕ ਜੰਗਲ ਦੇ ਵਿੱਚ ਦੀ ਲੰਘਣਾ, ਆਪਜਸਟ ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ ਇੱਕ ਜੰਗਲ ਹੈ, ਆਪਾਂ ਲੰਘਣਾ ਇਹਦੇ ਵਿੱਚ ਦੀ। ਉਹ ਜੰਗਲ ਨੂੰ ਕੱਟਣ ਵਾਸਤੇ ਸਾਡੇ ਕੋਲ ਕਿਰਪਾਨ ਚਾਹੀਦੀ ਆ, ਵਿਵੇਕ ਰੂਪੀ ਕਿਰਪਾਨ। ਵਿਵੇਕ ਨੇ ਇਹ ਕਹਿਣਾ ਕਿ ਚਰਨਜੀਤ ਇਹ ਜਿਹੜੇ ਭੋਗ ਨੂੰ ਤੂੰ ਭੋਗ ਰਿਹਾ ਇਹ ਕੋਈ ਚੰਗੀ ਚੀਜ਼ ਨਹੀਂ ਹੈ। ਤੇ ਮੈਂ ਕਹਾਂਗਾ ਕਿਉਂ ਨਹੀਂ ਚੰਗੀ, ਕਿੱਡਾ ਆਨੰਦ ਆਉਂਦਾ। ਫਿਰ ਮੈਨੂੰ ਬੁੱਧੀ ਕਹਿੰਦੀ ਆ ਕਿ ਜੇ ਇਹ ਜਿਹੜਾ ਤੂੰ ਕੰਮ ਕਰ ਰਿਹਾ, ਤੂੰ ਲਾਗੇ ਬੰਨੇ ਨਜ਼ਰ ਮਾਰੇ, ਫਲਾਣੇ ਬੰਦੇ ਨੇ ਵੀ ਕੀਤਾ ਸੀ ਨਾ, ਵੀ ਉਹਦਾ ਹਾਲ ਵੇਖ ਕੀ ਹੋਇਆ। ਤੇ ਉਹ ਵਿਵੇਕ ਸਾਨੂੰ ਕੀ ਕਰਦਾ ਕਿ ਸਾਡੇ ਜੀਵਨ 'ਚ ਕਲੈਰਿਟੀ ਲੈ ਕੇ ਆਉਂਦਾ। ਕਲੈਰਿਟੀ ਦਾ ਮਤਲਬ ਸਾਫ਼ ਸਫਾਈ, ਜਿਹੜੀਆਂ ਸਾਡੀਆਂ ਅੱਖਾਂ ਤੇ ਜਿਹੜੀ ਧੁੰਦ ਜੀ ਜੰਮੀ ਹੁੰਦੀ ਨਾ ਉਹਨੂੰ ਦੂਰ ਕਰਦਾ। ਉਹ ਕਹਿੰਦਾ ਕਿ ਇਹ ਜਿਹੜੀ ਚੀਜ਼ ਨੂੰ ਲੈ ਕੇ ਆ ਗਿਆ ਨਾ, ਇਹਦੇ ਪਿੱਛੇ ਕੀ ਆ। ਜਿੱਦਾਂ ਮੱਛੀ ਨੂੰ ਫੜਨ ਵਾਸਤੇ ਕੰਡਾ ਹੁੰਦਾ ਨਾ, ਤੇ ਉੱਤੇ ਵੇਖੋ ਨਾ ਗੰਡੋਆ ਲਾਇਆ ਹੁੰਦਾ, ਮੀਟ ਦਾ ਪੀਸ ਲਾਇਆ ਹੁੰਦਾ। ਉਸੇ ਤਰ੍ਹਾਂ ਕਹਿੰਦੇ ਕਿ ਇਹ ਜਿਹੜਾ ਤੂੰ ਕਰਮ ਕੀਤਾ ਨਾ, ਇਹਦੇ ਪਿੱਛੇ ਕੁੰਡੀ ਹੋ। ਹੁਣ ਤੈਨੂੰ ਬੜਾ ਚੰਗਾ ਲੱਗਣ ਡਿਆ, ਪਰ ਤੂੰ ਹੋਸ਼ ਨਹੀਂ ਹੈਗੀ ਤੈਨੂੰ। ਪਰ ਇੱਕ ਸਮਾਂ ਆਊਗਾ ਤੂੰ ਜਦੋਂ ਪਛਤਾਵੇਂਗਾ। ਬਾਣੀ ਚ ਕਿਹਾ ਕਿ ਐਸਾ ਕਰਮ ਮੂਲ ਨਾ ਕੀਜੀਏ, ਐਸਾ ਕੰਮ ਮੂਲ ਨਾ ਕੀਜੀਏ ਜੀ ਤਨ ਤੋਂ ਪਛਤਾਈਏ। ਹਾਂ, ਉਹ ਕਹਿੰਦੇ ਕਿ ਤੂੰ ਬੁੱਧੀ ਤੋਂ ਬਿਨਾਂ ਕੋਈ ਕੰਮ ਨਾ ਕਰੀ, ਮੁੜ ਕੇ ਤੂੰ ਪਛਤਾਉਣਾ। ਬੁੱਧੀ ਸਾਨੂੰ ਰੋਕਦੀ ਹੈ। ਬੁੱਧੀ ਤੇ ਕਹਿੰਦੀ ਹੈ ਕਿ ਧਰਮ ਨੂੰ ਲੈ ਕੇ ਆਪਣੇ ਜੀਵਨ ਚ ਜਿਹੜੀ ਚੀਜ਼ ਤੇਰੀ ਨਹੀਂ ਉਹ ਹੈ ਹੀ ਨਹੀਂ। ਐ ਨਹੀਂ ਲੋਕਾਂ ਦੇ ਪੈਸੇ ਨਾਲ ਘਰ ਨਹੀਂ ਬਣਾਉਣਾ, ਤੂੰ ਮਿਹਨਤ ਕਰਨੀ ਆ, ਹਾਰਡ ਵਰਕ ਕਰਨਾ। ਛੋਟਾ ਜਿਹਾ ਕਮਰਾ ਪਾ ਲਈ, 2 ਕਮਰੇ ਪਾ ਲਈ, 1 ਕਮਰਾ ਪਾ ਲਈ, ਜਿੰਨੇ ਕੁ ਤੇਰੀ ਕਮਾਈ ਹੈਗੀ ਉਹਦੇ ਨਾਲ ਹੀ ਚੀਜ਼ ਬਣਾਉਣੀ। ਵਿਵੇਕ ਤੇ ਇਹ ਕਹਿੰਦਾ। ਮਨ ਕਹਿੰਦਾ ਕੀ ਫਰਕ ਪੈਂਦਾ, ਉੱਥੇ ਸੈਨ ਹੀ ਤੇ ਕਰਨੇ ਆ। ਪਰ ਬੁੱਧੀ ਕਹਿੰਦੀ ਆ ਕਿ ਸੈਨ ਤੇ ਕਰ ਲੇਗਾ, ਐਡਾ ਘਰ ਵੀ ਬਣਾ ਲੇਗਾ, ਜੇ ਤੈਨੂੰ ਰਾਤੀ ਨੀਂਦ ਨਾ ਆਈ
फिर की करेगा? और जिहड़ियां तू कारां च बैठा है, एक तेरे पैसे दी ते कार ही नहीं है, ये ते चोरी दे पैसे है। ये तो कित्थों ले आया तू? तेरे हैगे आ आड़े अन्न तेरे संगा थानी नंगन दिया। गुरु नानक पातशाह ने ते मना कीता इनू, तू खा रहे हो चीज। और जिहदा पैसा वा ਉਹਦੇ ਤੇ ਤੂੰ ਜ਼ਬਰਦਸਤੀ ਲਿਆਇਆ ਵਾ, ਕਿਸੇ ਮਜਬੂਰ ਬੰਦੇ ਨੂੰ ਤੂੰ ਮਜਬੂਰ ਕਰਕੇ ਲਿਆਇਆ। ਇਹ ਚੀਜ਼ ਤੇ ਤੇਰੀ ਤੇ ਹੈ ਹੀ ਨਹੀਂ। ਔਰ ਤੇਰੇ ਢਿੱਡ 'ਚ ਜਾ ਕੇ ਕੀ ਕਰੂਗਾ ਦੱਸ? ਉਹ ਤੈਨੂੰ ਗੁੱਡ ਹੈਲਥ ਦਊਗਾ ਨਿੱਜਰ ਸਾਹਿਬ? ਦੇਖੋ ਉਹ ਤੇ ਪੈਸਾ ਹੀ ਤੇ ਕੰਮ ਦਾ ਹੀ ਨਹੀਂ ਹੈਗਾ। ਹੁਣ ਇਹ ਜਿਹੜਾ ਪੈਸਾ ਚੁੱਕ ਕੇ ਲੈ ਆ ਤੂੰ ਘਰੇ, ਹੁਣ ਤੂੰ ਆਪਣੇ ਬੱਚਿਆਂ ਨੂੰ ਖਵਾਈ ਜਾਂਦੇ ਆ, ਉਹ ਕੱਲ ਨੂੰ ਤੈਨੂੰ ਕੀ ਕਰਨਗੇ? ਤੇਰੇ ਮੋਢੇ 'ਚ ਡਾਂਗਾਂ ਫੇਰਨੀਆਂ ਉਹਨਾਂ ਨੇ, ਕਿਉਂਕਿ ਉਹਨਾਂ ਦੀ ਪਰਵਰਿਸ਼ ਤੂੰ ਉਸ ਪੈਸੇ ਨਾਲ ਕਰਦੀ ਆ ਜਿਹੜਾ ਪੈਸਾ ਤੇਰਾ ਹੈ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਈ ਵਾਰੀ ਨਹੀਂ ਦੱਸਿਆ ਗਿਆ ਕਿ ਜਿਹੜੀ ਚੀਜ਼ ਤੇਰੀ ਨਹੀਂ ਆ ਤੂੰ ਚੁੱਕ ਕੇ ਤੇ ਘਰੋਂ ਲਈ ਆਉਂਦੇ ਆ, ਤੂੰ ਨਹੀਂ ਵਹਿੰਦਾ ਪਿਆ। ਪਰ ਤੈਨੂੰ ਪਤਾ ਹੈ ਜਿਨ੍ਹਾਂ ਨੂੰ ਤੂੰ ਖਵਾ ਰਿਹਾ ਉਹਨਾਂ ਦੀ ਬੁੱਧੀ ਭ੍ਰਿਸ਼ਟ ਜਾਣੀ ਆ, ਉਹਨਾਂ ਤੈਨੂੰ ਪਛਾਣਨਾ ਨਹੀਂ ਮੁੜ ਕੇ। ਕਿਉਂਕਿ ਰੁੱਖ ਨੂੰ ਜਿਹੜਾ ਤੂੰ ਪਾਣੀ ਪਾਇਆ ਨਾ, ਉਹਦਾ ਅਸਰ ਰੁੱਖ ਚ ਹੋਣਾ ਹੀ ਹੋਣਾ। ਨਿੱਜਰ ਸਾਹਿਬ ਆ ਵੇਖਿਆ ਨੀ, ਹੁਣ ਕਹਿੰਦੇ ਨੇ ਲੋਕੀ ਕਹਿੰਦੇ ਕੈਮੀਕਲ ਪਾਤਾ ਵਾ ਤੇ ਉਹ ਕਣਕ ਦੇ ਵਿੱਚ ਵੀ ਕੈਮੀਕਲ ਹੀ ਚੱਲ ਜਾਣਾ। ਉਹ ਹਿਸਾਬ ਸਾਡਾ, ਅਸੀਂ ਜੇ ਇੱਕ ਬੱਚੇ ਨੂੰ ਜਿਹੋ ਜਿਹੀ ਕਮਾਈ ਲਿਆ ਕੇ ਖਵਾ ਰਹੇ ਹਾਂ, ਉਹਦੇ ਚਿੱਤ ਦੇ ਵਿੱਚ ਉਹ ਚੀਜ਼ ਨੇ ਪ੍ਰਗਟ ਹੋਣਾ। ਇਸ ਲਈ ਇਸ ਕਰਕੇ ਕੋਸ਼ਿਸ਼ ਕਰਿਆ ਕਰੋ, ਜਿਹੜਾ ਜੀਵਨ ਬੀਤ ਗਿਆ ਉਹਨੂੰ ਛੱਡ ਦਿਓ, ਉਹਦੇ ਬਾਰੇ ਹੁਣ ਕੁਛ ਨਹੀਂ ਕੀਤਾ ਜਾ ਸਕਦਾ। ਪਰ ਹੁਣ ਜਿਹੜਾ ਜੀਵਨ ਆ ਉਹ 'ਚ ਵਿਵੇਕ ਜ਼ਰੂਰ ਲੈ ਕੇ ਆਓ। ਤੇ ਅੱਜ ਦੀ ਵਿਚਾਰ ਨਿੱਜਰ ਸਾਹਿਬ ਤਾਈਓ ਮੈਂ ਥੋੜੀ ਜਿਹੀ ਗੱਲਾਂ ਕਰ ਲਈਆਂ। ਨਹੀਂ ਬਹੁਤ ਕੱਲ ਫਿਰ ਨਵੀਂ ਪਾਣੀ ਲੈ ਲਾਂਗੇ। ਠੀਕ ਹੈ ਜੀ, ਬਹੁਤ ਵਧੀਆ। ਹਾਂਜੀ ਵੀਰ ਠੀਕ ਹੈ ਜੀ। ਹਾਂਜੀ, ਕਹਿਣਾ ਚਾਹੁੰਦੇ ਆਪ? ਬਸ ਨਹੀਂ, ਬਹੁਤ ਵਧੀਆ ਜੀ, ਬਹੁਤ ਵਧੀਆ। ਬਸ ਠੀਕ ਹੈ। ਸਾਧ ਸੰਗਤ ਜੀ ਥੋੜਾ ਧਿਆਨ ਦਿਆ ਕਰੋ। ਤੇ ਇੱਕ ਗੱਲ ਹੈਗੀ ਆ, ਨੁਕਸਾਨ ਨਹੀਂ ਜੋ ਹੈਗਾ, ਕਮ ਸੇ ਕਮ ਪਰਮਾਤਮਾ ਦੇ ਸਾਹਮਣੇ ਜਦੋਂ ਆਪਾਂ ਖੜੇ ਹੋਵਾਂਗੇ ਨਾ, ਤੇ ਸਾਡੇ ਚ ਨਾ ਥੋੜੀ ਜਿਹੀ ਅਣਖ ਹੋਣੀ ਪਊਗੀ। ਮੈਂ ਚਲੋ ਜ਼ਿਆਦਾ ਨਹੀਂ, 5-10% ਜੀਵਨ ਜਿਹੜਾ ਮੈਂ ਸਹੀ ਚਲਾਇਆ, ਤੇ ਜੇ ਬਿਲਕੁਲ 0 'ਚ 0 ਨੰਬਰ ਲੈ ਕੇ ਜਾਵਾਂਗੇ ਤੇ ਕਿੰਨੀ ਕੁ ਸੋਭਾ ਮਿਲੂਗੀ ਹਨ ਉਹ ਚੀਜ਼ ਚੰਗੀ। ਇਸ ਕਰਕੇ ਜਿੰਨੇ % ਸਾਡੇ ਜੀਵਨ 'ਚ ਧਰਮ ਆ, ਓਨੀ ਹੀ ਸਾਡੇ ਜੀਵਨ 'ਚ ਪਾਤਰਤਾ ਵੱਧਦੀ ਆ। ਧਰਮ ਦਾ ਮਤਲਬ ਕਿੰਨੇ ਲਿਆਉਣਾ ਹੈ? ਵਿਵੇਕ ਬੁੱਧੀ ਨੇ। ਉਹਦਾ ਧਰਮ ਕਿੱਥੇ ਆਉਂਦਾ? ਆਪਣੀਆਂ ਜ਼ਿੰਮੇਵਾਰੀਆਂ ਨਿਭਾਓ, ਜਿੰਨਾ ਤੁਹਾਡੇ ਕੋਲ ਹੁੰਦਾ ਉਹਨਾਂ ਹੀ ਕਰੋ। ਨਹੀਂ ਹੁੰਦਾ ਤੇ ਰਹਿਣ, ਲੋੜ ਹੀ ਨਹੀਂ ਪੰਗੇ ਲੈਣ। ਬਾਣੀ ਮਨਾ ਕਰਦੀ, ਉਹਦੇ ਨਾਲ ਫਿਰ ਅੰਦਰ ਮਨ ਦੇ ਅੰਦਰ ਅਸ਼ਾਂਤੀ ਵਧੂਗੀ। ਫਿਰ ਅਸ਼ਾਂਤੀ ਵਧੀ ਤੇ ਫਿਰ ਜੀਵਨ ਬੜਾ ਔਖਾ ਹੋ ਜਾਣਾ, ਕਾਫੀ ਔਖਾ ਹੋ ਜਾਣਾ। ਓਕੇ ਜੀ, ਅੱਜ ਦੇ ਵਿਚਾਰ ਆਪਾਂ ਇੱਥੇ ਸਮਾਪਤ ਕਰ। ਗੁਰਕੀ ਸਾਹਿਬ ਇੱਕ ਨਾ ਅਰਦਾਸ ਕਰਨੀ ਸੀਗੀ। ਇੱਕ ਆਪਣੇ ਮੇਰੇ ਖਿਆਲ ਇਕਬਾਲ ਸਿੰਘ ਸੀਗੇ ਸ਼ਾਇਦ, ਉਹ ਨਾਂ ਤਾਂ ਸ਼ਾਇਦ ਮੈਨੂੰ ਪੱਕਾ ਨਹੀਂ ਪਤਾ, ਤੇ ਉਹਨਾਂ ਹੈਗੇ ਆ ਉਹਨਾਂ ਦੇ ਜਿਹੜੇ ਕਹਿੰਦੇ ਮੇਰੀ ਧਿਆਨ ਸਿਮਰਨ ਵਾਸਤੇ ਜਿਹੜਾ ਹੈਗਾ ਅਰਦਾਸ ਕਰਵਾ ਦਿਓ। ਅੱਛਾ, ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ? ਹਾਂਜੀ ਹਾਂਜੀ। ਹਾਂ ਇਕਬਾਲ ਸਿੰਘ ਜੀ, ਅਗਰ ਆਪ ਜੀ ਨੂੰ ਪ੍ਰੋਬਲਮ ਆਉਂਦੀ ਹੈ ਤੇ ਮੈਨੂੰ ਫੋਨ ਕਰ ਦਿਓ, ਮੈਂ ਤੁਹਾਨੂੰ ਸਮਾਧੀ ਲਵਾ ਦਾਂਗਾ। ਠੀਕ ਹੈ ਜੀ, ਤੇ ਅਰਦਾਸ ਵੀ ਕਰ ਦਿੰਦਾ।